Praise God. चलो Yes, yes. आइए ताली बजा के प्रभु ਦੀ ਦਾਸੀ ਦਾ ਸਵਾਗਤ ਕਰਾਂਗੇ। ਔਰ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਇਹਨਾਂ ਦਾ ਨਾਮ ਜਿੰਨੀ ਸਤਿੰਦਰ ਸਿੰਘ ਹੈ, ਅਮਰੀਕਾ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਔਰ ਬਹੁਤ ਹੀ ਅੱਛਾ ਪ੍ਰਭੂ ਦਾ ਕੰਮ ਕਰਦੇ ਨੇ, ਸੇਵਾ ਕਰਦੇ ਨੇ, ਸਿੰਗਲ ਹੈਂਡ ਸੇਵਾ ਕਰਦੇ ਨੇ ਔਰ ਇਕੱਲੇ ਨੇ। ਲੇਕਿਨ ਅਸੀਂ ਸੋਚਦੇ ਹਾਂ, ਸਮਝਦੇ ਹਾਂ ਕਿ ਇਕੱਲੇ ਨਹੀਂ ਹੈ, ਪ੍ਰਭੂ ਯੀਸ਼ੂ ਮਸੀਹ ਇਹਨਾਂ ਦੇ ਨਾਲ ਹੈ। ਹਾਲੇਲੂਇਆ। ਔਰ ਕਾਫੀ ਅੱਛਾ ਸੇਵਾ ਰੱਬ ਦੀ ਕਰ ਰਹੇ ਨੇ ਔਰ ਪਰਮੇਸ਼ਵਰ ਨੇ ਇਹਨਾਂ ਦੇ ਮਨ ਦੇ ਵਿੱਚ ਪਾਇਆ, ਪ੍ਰਭੂ ਨੇ ਮੇਰੇ ਮਨ ਦੇ ਵਿੱਚ ਪਾਇਆ ਕਿ ਅਸੀਂ ਇੱਕ ਓਪਰਚੁਨਿਟੀ ਬਣਾਈਏ, ਇੱਕ ਮੀਟਿੰਗ ਅਰੇਂਜ ਕਰੀਏ ਜਿਹਦੇ ਵਿੱਚ ਪ੍ਰਭੂ ਦੀ ਦਾਸੀ ਪ੍ਰਚਾਰ ਕਰ ਸਕਣ। ਔਰ ਅਸੀਂ ਪਲਾਨ ਕੀਤਾ ਸੀ ਆਈ ਥਿੰਕ 5th of December ਦਾ ਪਹਿਲਾਂ, ਔਰ ਉਸ ਤੋਂ ਬਾਅਦ ਅਸੀਂ ਹੋਰ ਵੀ ਅੱਗੇ ਪਲਾਨ ਕੀਤਾ 19 ਦਸੰਬਰ ਦਾ ਵੀ, ਲੇਕਿਨ ਪਰਮੇਸ਼ਵਰ ਦੀ ਇੱਛਾ ਜਿਹੜੀ ਸੀ ਕੁਝ ਹੋਰ ਸੀ ਔਰ ਖੁਦਾ ਨੇ ਅੱਜ ਮੌਕਾ ਦਿੱਤਾ। ਔਰ ਮੈਂ ਜਾਣਦਾ ਕਿ ਅੱਜ ਦਾ ਦਿਨ ਤੁਹਾਡੇ ਸਾਰਿਆਂ ਦੇ ਲਈ ਵੱਡੀ ਆਸ਼ੀਸ਼ ਦਾ ਦਿਨ ਹੋਣ ਜਾ ਰਿਹਾ। ਆਮੀਨ। ਔਰ ਜ਼ੋਰਦਾਰ ਤਾਲੀ ਵਜਾ ਕੇ ਸਵਾਗਤ ਕਰਾਂਗੇ ਅਗਲਾ ਸਮਾਂ ਪ੍ਰਭੂ ਦੀ ਦਾਸੀ ਨੂੰ। ਸੋ ਟੇਕ ਯੂਰ ਟਾਈਮ। ਯੈਸ, ਥੈਂਕ ਯੂ। Thank you, Jesus. Thank you. Hallelujah, hallelujah. Praise God. Jai Masih di, Jai Masih di. ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਸਭ ਨੂੰ ਆਵਾਜ਼ ਸੁਣ ਰਹੇ ਹੋ ਮੇਰੀ? ਯੈਸ ਕਲੀਅਰਲੀ। ਓਕੇ। ਸੂਰਜ ਦੇ ਚੜ੍ਹਨ ਤੋਂ ਤੇ ਉਹਦੇ ਲੈਣ ਤੱਕ ਅਸੀਂ ਯਹੋਵਾ ਦੇ ਨਾਮ ਦਾ ਮੇਰੀ ਪੰਜਾਬੀ ਮੈਂ ਇੰਗਲਿਸ਼ ਵਿੱਚ ਇੱਥੇ ਪ੍ਰੀਚ ਕਰਦੀ ਹਾਂ। ਮੈਂ ਹੁਣੇ ਹੀ 2 ਮਹੀਨੇ ਪਹਿਲੇ ਮੈਂ ਪੰਜਾਬੀ ਸਿੱਖੀ ਹੈ ਤੇ ਮੈਂ ਇਹਦੇ ਵਿੱਚ ਪ੍ਰੀਚ ਕਰ ਰਹੀ ਹਾਂ। ਸੂਰਜ ਦੇ ਚੜ੍ਹਨ ਤੋਂ ਤੇ ਉਸਦੇ ਲੈਣ ਤੱਕ ਤੁਹਾਡੀ ਯਹੋਵਾ ਦੇ ਨਾਮ ਦੀ ਉਸਤਤ ਹੋਵੇ। ਪ੍ਰੇਜ਼ ਗॉड। ਪਰਮੇਸ਼ਵਰ ਕਹਿੰਦੇ ਹੈ there is no God like I am he। ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ, ਅਸੀਂ ਪਰਮੇਸ਼ਵਰ ਦਾ ਸ਼ੁਕਰੀਆ ਕਰਦੇ ਹਾਂ, ਅਸੀਂ ਪਰਮੇਸ਼ਵਰ ਦਾ ਮਹਿਮਾ ਕਰਦੇ ਹਾਂ, ਅਸੀਂ ਪਰਮੇਸ਼ਵਰ ਦੀ ਵਡਿਆਈ ਕਰਦੇ ਹਾਂ। ਤੇ ਅਸੀਂ ਹੁਣ ਜੈਕਾਰਾ ਬੋਲਾਂਗੇ ਪਰਮੇਸ਼ਵਰ ਨੂੰ। ਤੁਸੀਂ ਜਿਹੜੇ ਖੜੇ ਹੋ ਸਕਦੇ ਹੋ ਖੜੇ ਹੋ ਜਾਓ। ਤੁਹਾਨੂੰ ਪਤਾ ਪਵਿੱਤਰ ਲਫ਼ਜ਼ ਕੀ ਹੈ? ਪਵਿੱਤਰ ਲਫ਼ਜ਼ ਹੈ ਯਿਸੂ ਮਸੀਹ। ਅਸੀਂ ਉਹਦਾ ਜੈਕਾਰਾ ਬੋਲਾਂਗੇ। ਅਜੇ ਰੁਕੋ, ਮੈਂ ਦੱਸਾਂਗੀ ਕਿਉਂਕਿ ਤੁਸੀਂ ਬਹੁਤ ਹੀ ਬਲੈਸਡ ਹੈਗੇ ਹੋ। 2022 ਵਿੱਚ ਆ ਗਏ। ਯੂ نو ਕਿੰਨੇ ਬੰਦੇ 2021 ਵਿੱਚ ਹੀ ਰਹਿ ਗਏ ਤੇ 2021, 2020, 2018, 19 ਉਹਦੇ ਸਾਰੇ ਜਿਹੜੇ ਸਾਡੇ ਉੱਤੇ ਸ਼ੈਕਲਸ ਲੱਗੇ ਹੋਏ ਨੇ, ਚੇਨ ਲੱਗੇ ਹੋਏ ਨੇ, ਉਹ ਸਾਰੇ ਅੱਜ ਖੁੱਲ ਜਾਣਗੇ। ਤੁਸੀਂ ਆਜ਼ਾਦ ਹੋ ਜਾਓਗੇ। ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਖੂਨ ਸਾਨੂੰ ਆਜ਼ਾਦ ਕਰਦਾ ਹੈ। ਪ੍ਰਭੂ ਯਿਸੂ ਮਸੀਹ ਦਾ ਖੂਨ ਸਾਨੂੰ ਕਲੀਨ ਕਰਦਾ ਹੈ। ਪ੍ਰਭੂ ਯਿਸੂ ਮਸੀਹ ਦਾ ਖੂਨ ਸਾਨੂੰ ਜ਼ਿੰਦਿਆਂ ਦੀ ਧਰਤੀ ਦੇ ਉੱਤੇ ਜ਼ਿੰਦਾ ਰੱਖਦਾ ਹੈ। ਪ੍ਰਭੂ ਯਿਸੂ ਮਸੀਹ ਦਾ ਖੂਨ ਸਾਨੂੰ ਪ੍ਰੋਵਾਈਡ ਕਰਦਾ ਹੈ। He supply all our needs according to riches and glory in Christ Jesus। ਮੈਂ ਥੋੜਾ ਇੰਗਲਿਸ਼ ਥੋੜਾ ਪੰਜਾਬੀ ਐਸਾ ਬੋਲਾਂ ਮੈਂ ਤੁਹਾਨੂੰ ਸਮਝ ਆ ਜਾਏਗੀ। ਤੁਸੀਂ ਰੈਡੀ ਹੋ? ਜਦੋਂ ਮੈਂ ਤੁਹਾਨੂੰ 1 2 3 ਬੋਲਾਂਗੀ ਤੁਸੀਂ ਕਹਿਣਾ ਜੈ ਮਸੀਹ ਦੀ। ਬਹੁਤ ਉੱਚਾ ਬੋਲਣਾ ਤੁਸੀਂ 3 ਵਾਰੀ। ਓਕੇ, 1 2 3। ਜੈ ਮਸੀਹ ਦੀ, ਜੈ ਮਸੀਹ ਦੀ, ਜੈ ਮਸੀਹ ਦੀ। ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਹੁਣ ਬੈਠ ਸਕਦੇ ਹੋ। ਤੁਸੀਂ ਸਾਡੇ ਕਿਹੜੇ ਪਰਮੇਸ਼ਵਰ ਹੈ ਜਿਨ੍ਹਾਂ ਨੂੰ ਅਸੀਂ ਪ੍ਰੇ ਕਰਦੇ ਹਾਂ। ਅੱਜ ਅਸੀਂ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਇਸ ਕਲੀਸਿਆ ਜਿੱਥੇ ਤੁਸੀਂ ਸਾਰੇ ਇਕੱਠੇ ਹੋਏ ਹੋ, ਅਸੀਂ ਇਸ ਕਲੀਸਿਆ ਨੂੰ ਮਨਾਵਾਂਗੇ। ਅਸੀਂ ਇਸ ਕਲੀਸਿਆ ਨੂੰ ਸੈਲੀਬ੍ਰੇਟ ਕਰਾਂਗੇ। ਸਭ ਤੋਂ ਪਹਿਲੇ ਮੈਂ ਪਾਸਟਰ ਕਮਲਦੀਪ ਤੇ ਉਹਨਾਂ ਦੀ ਮਿਸਿਸ ਰਾਜਦੀਪ ਤੇ ਉਹਨਾਂ ਦੇ ਫਾਦਰ ਅਪੋਸਟਲ ਪ੍ਰੀਤਮ ਜੀ ਤੇ ਆਸ਼ਾ ਜੀ ਨੂੰ ਮੈਂ ਬਹੁਤ ਬਹੁਤ ਧੰਨਵਾਦ ਦਿੰਦੀ ਹਾਂ ਕਿ ਮੈਨੂੰ ਤੁਸੀਂ ਇਹ ਮੌਕਾ ਦਿੱਤਾ
या ये मौका दिता है कि मैं अपने भैन भरावां पंजाबी भैन भरावां दे नो अपना पवित्र बचन पढ़ा शेयर कर सका। मैं कदों तो तुहाडे तो विछड़ी हुई हूं। मैं 35 ईयर पहले अमेरिका आई सी अपने हस्बैंड नाल ते पहले लेट्स प्रे। पहले मैं प्रे करदी हां। ਅਸੀਂ प्रे करांगे, ਅਸੀਂ ਅੱਖਾਂ ਬੰਦ ਕਰਾਂਗੇ। क्यों? क्योंकि ਅਸੀਂ रूह नाल प्रे कर रहे हैं। ਜਦੋਂ ਅਸੀਂ प्रे ਕਰਦੇ ਹਾਂ ਅਸੀਂ ਹੱਥ ਨੂੰ ਇਸ ਤਰ੍ਹਾਂ ਉੱਚਾ ਕਰਦੇ ਹਾਂ ਕਿਉਂਕਿ ਸਾਡਾ ਹੈਵਨ ਤੇ ਸਾਡਾ ਕਨੈਕਸ਼ਨ ਸਿੱਧਾ ਹੁੰਦਾ ਹੈ। So let's close your eyes and let's pray. सर्व शक्तिमान परमेश्वर, ਅਸੀਂ ਨਵੇਂ ਸਾਲ ਵਿੱਚ ਤੁਹਾਡੀ ਸੈਨਾਵਾਂ ਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਆਉਂਦੇ ਹਾਂ। ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਤੁਹਾਡੀ ਮਹਿਮਾ ਕਰਦੇ ਹਾਂ। We praise you, we glorify you. You are the Lord of Lords, you are the King of Kings, you are the first and the last, you are the beginning and end. ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ। ਇਸ ਦਿਨ ਲਈ ਤੁਸੀਂ ਸਾਡੀਆਂ ਜ਼ਿੰਦਗੀਆਂ ਬਖਸ਼ੀਆਂ। ਮੇਰੇ ਪ੍ਰਭੂ ਆਪਣੇ ਦਾਸੀ ਦੇ ਗਲੇ ਵਿੱਚ ਮਸੀਹ ਕਰੋ। I pray ਜੋ ਮੇਰੀ ਆਵਾਜ਼ ਸੁਣ ਰਹੇ ਨੇ ਟੀਵੀ ਦੇ ਤਰੀਕੇ ਨਾਲ ਤਵੀ ਟੀਵੀ ਤੋਂ ਜਾਂ ਲਾਈਵ ਬੈਠੇ ਹੋਏ ਨੇ ਜਾਂ ਇੱਥੇ ਜਿਹੜੇ ਵੀ ਲੋਕ ਬੈਠੇ ਹੋਏ ਨੇ ਔਰ ਮੇਰੀ ਇਹ ਸੁਣ ਰਹੇ ਨੇ ਉਹਨਾਂ ਨੂੰ God give them a spirit of wisdom, revelation in the knowledge of you, Lord. ਜੋ ਵੀ ਤੁਸੀਂ ਦਿਲ ਵਿੱਚ ਤਾਰ ਕੇ ਆਏ ਹੋ ਸਭ ਦੀਆਂ ਮੰਨਤਾਂ ਅੱਜ ਪੂਰੀਆਂ ਹੋ ਜਾਣਗੀਆਂ in the name of Jesus. ਕੋਈ ਵੀ ਅੱਜ ਖਾਲੀ ਹੱਥ ਨਹੀਂ ਜਾਏਗਾ। So ਅਸੀਂ ਪਵਿੱਤਰ ਆਤਮਾ ਨੂੰ ਸਵਾਗਤ ਕਰਦੇ ਹਾਂ ਇੱਥੇ। We praise you, we reverence you, we glorify you. ਮੈਂ ਇਸ ਮੀਟਿੰਗ ਨੂੰ ਤੁਹਾਡੇ ਹੱਥਾਂ ਵਿੱਚ ਦੇਣੀ ਆ ਪਵਿੱਤਰ ਆਤਮਾ in the name of Jesus, ਯਿਸੂ ਮਸੀਹ ਦੇ ਨਾਮ ਤੇ amen, amen. ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ। ਅਸੀਂ 2022 ਵਿੱਚ ਆ ਗਏ ਹਾਂ ਨਵੇਂ ਸਾਲ ਦੀ। ਤੁਹਾਨੂੰ ਸਾਰਿਆਂ ਨੂੰ ਵੈਲਕਮ ਹੋਵੇ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਪ੍ਰਭੂ ਜਾਣਦੇ ਨੇ ਤੁਸੀਂ ਕਿਸ ਤਰ੍ਹਾਂ ਵੀ ਆਏ ਹੋ। ਤੁਸੀਂ ਰਿਕਸ਼ਾ ਤੇ ਆਏ ਹੋ, ਕਾਰਾਂ ਦੇ ਵਿੱਚ ਆਏ ਹੋ, ਪੈਦਲ ਆਏ ਹੋ ਜਾਂ ਕੋਈ ਤੁਹਾਡਾ ਪੜੋਸੀ ਤੁਹਾਨੂੰ ਲੈ ਕੇ ਆਇਆ। ਪ੍ਰਭੂ ਯਿਸੂ ਮਸੀਹ ਜਾਣਦੇ ਆ ਕਿ ਤੁਸੀਂ ਤੁਹਾਡੇ ਕਿੰਨੇ ਵਾਲ ਨੇ ਤੁਹਾਡੇ ਸਿਰ ਦੇ ਉੱਤੇ, ਉਹ ਜਾਣਦੇ ਨੇ। ਤੇ ਹੁਣ ਪਹਿਲੇ ਅਸੀਂ ਤੁਸੀਂ ਸਾਰੇ ਬਾਈਬਲ ਲੈ ਕੇ ਆਏ। ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਤੁਹਾਨੂੰ ਕਿ ਤੁਸੀਂ ਬਾਈਬਲ ਲੈ ਕੇ ਆਏ ਹੋ। ਅਸੀਂ ਯਹੂਨਾ ਦਾ ਜੌਨ ਦਾ ਚੈਪਟਰ 1 ਵਿੱਚ ਜਾਵਾਂਗੇ। ਯਹੂਨਾ ਪਹਿਲਾ ਅਧਿਆਇ, ਯਹੂਨਾ ਦਾ ਪਹਿਲਾ ਅਧਿਆਇ ਵਿੱਚ ਜਾਵਾਂਗੇ। ਤੁਸੀਂ ਖੋਲੋ ਤੇ ਮੈਂ ਤੁਹਾਨੂੰ ਆਪਣਾ ਇੰਟਰੋਡਕਸ਼ਨ ਦੇਣੀ ਆ। ਮੇਰਾ ਨਾਮ ਤੇ ਪਾਸਟਰ ਜੀ ਨੇ ਦੱਸ ਦਿੱਤਾ ਤੇ ਮੇਰਾ ਨਾਮ ਸਤਿੰਦਰ ਹੈ। ਜੀਨੀ ਸਿੰਘ ਦੇ ਨਾਂ ਤੇ ਮੈਂ ਇੱਥੇ ਮੈਨੂੰ ਬੁਲਾਉਂਦੇ। ਮੈਂ 35 ਸਾਲ ਪਹਿਲੇ ਮੈਂ ਆਪਣੇ ਹਸਬੈਂਡ ਨਾਲ ਅਮਰੀਕਾ ਆਈ ਸੀ ਤੇ ਮੈਂ ਇੱਕ ਸਿੱਖ ਪਰਿਵਾਰ ਵਿੱਚੋਂ ਆ। ਮੇਰੇ ਡੈਡੀ ਮੰਮੀ, ਮੇਰੇ ਡੈਡੀ ਵੀ ਡਾਕਟਰ ਸਨ ਤੇ ਉਹ ਵੀ ਪਗੜੀ ਪਾਉਂਦੇ ਸਨ। ਮੇਰੇ ਹਸਬੈਂਡ ਵੀ ਪਗੜੀ ਪਾਉਂਦੇ ਸਨ। ਸਾਡੇ ਘਰ ਪ੍ਰਕਾਸ਼ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦਾ। ਤੇ ਤੁਹਾਨੂੰ ਨੈਕਸਟ ਟਾਈਮ ਜਦੋਂ ਮੈਂ ਤੁਹਾਡੇ ਨਾਲ ਮਿਲਾਂਗੀ ਮੈਂ ਤੁਹਾਨੂੰ ਟੈਸਟਮਨੀ ਸ਼ੇਅਰ ਕਰਾਂਗੀ ਕਿ ਮੈਂ ਕਿਉਂ ਮਸੀਹ ਵਿੱਚ ਆਈ, ਕਿਸ ਤਰ੍ਹਾਂ ਗॉड ਨੇ ਮੈਨੂੰ ਬੁਲਾਇਆ, ਕਿਉਂ ਮੈਂ ਆਈ, ਕੀ ਮੈਂ ਦੇਖਿਆ। ਤੇ ਤੇ ਮੇਰੀ ਫੈਮਿਲੀ ਦੇ ਵਿੱਚ ਮੇਰੀ ਡਾਟਰ ਹੈ। ਮੇਰੇ ਹਸਬੈਂਡ ਪੂਰੇ ਹੋ ਚੁੱਕੇ ਕੁਝ ਸਾਲ ਪਹਿਲੇ ਤੇ ਮੇਰੀ ਡਾਟਰ ਹੈ ਉਹ ਤੇ 3 ਮੇਰੇ ਗ੍ਰੈਂਡ ਚਿਲਡਰਨ ਨੇ। ਤੇ ਮੈਂ ਜਦੋਂ ਅਮਰੀਕਾ ਆਈ ਤੇ ਮੈਂ ਆਪਣੀ ਡਿਗਰੀ ਫਿਨਿਸ਼ ਕੀਤੀ। ਤੇ ਫਿਰ ਤੁਸੀਂ ਡਿਗਰੀ ਫਿਨਿਸ਼ ਕਰਨ ਤੋਂ ਬਾਅਦ ਮੈਂ ਹਸਪੀਟਲ ਦੇ ਵਿੱਚ ਜੌਬ ਕਰ ਰਹੀ ਸੀ, ਰਾਤ ਦੀ ਡਿਊਟੀ ਸੀ। ਤੇ ਇਹ ਨਰਸਾਂ ਰਾਤ ਦੇ 2 ਵਜੇ ਸਨ, 2 ਵਜੇ ਸਵੇਰ ਦੇ ਸਨ ਤੇ ਨਰਸਾਂ ਮੇਰੇ ਕੋਲ ਭੱਜੀਆਂ ਆਈਆਂ ਤੇ ਕਹਿੰਦੀਆਂ, ਕਿਉਂਕਿ ਮੈਂ ਉਸ ਵਾਰਡ ਦੇ ਵਿੱਚ ਸਭ ਤੋਂ ਵੱਡੀ ਪੋਜੀਸ਼ਨ ਤੇ ਸੀ। ਤੁਸੀਂ ਸੋਚੋ ਕਿ ਮੈਂ ਪਹਿਲੀ ਜੌਬ ਨਵੀਂ ਕੰਟਰੀ ਵਿੱਚ ਤੇ ਪਹਿਲਾ ਦਿਨ
ਉਹ ਕਹਿੰਦੇ ਨਰਸਿਸ ਆਈਆਂ ਬੋਲਦੀਆਂ ਕਿ ਤੁਸੀਂ ਆ ਕੇ ਇਹ ਇੱਕ ਬੰਦਾ ਮਰ ਗਿਆ ਹੈ, ਉਹਨੂੰ ਤੁਸੀਂ ਪ੍ਰੋਨਾਉਂਸ ਡੈਥ ਕਰੋ। ਮੈਂ ਕਿਹਾ ਮੈਂ ਕੌਣ ਹੁੰਨੀ ਆ ਡੈਥ ਪ੍ਰੋਨਾਉਂਸ ਕਰਨ ਵਾਲੀ। ਬਟ ਐਨੀਵੇ ਮੈਂ ਸਾਨੂੰ ਪੇਪਰ ਵਰਕ ਕਰਨਾ ਪੈਂਦਾ। ਮੈਂ ਉੱਥੇ ਪੇਪਰ ਵਰਕ ਕੀਤਾ ਤੇ ਮੈਨੂੰ ਬਹੁਤ ਦੁੱਖ ਹੋਇਆ। ਇਹ 55 ਸਾਲ ਦਾ ਵੀ ਬੰਦਾ ਨਹੀਂ ਸੀ ਤੇ ਇੰਨਾ ਯੰਗ ਬੰਦਾ ਕਿਸ ਤਰ੍ਹਾਂ ਉਹ ਚੱਲ ਵਸਿਆ। ਤੇ ਮੈਂ ਨਰਸਿਸ ਨੂੰ ਪੁੱਛਿਆ ਕਿ ਇਹਨੂੰ ਤਾਂ ਤੁਸੀਂ ਬਚਾ ਸਕਦੇ ਸੀ, ਤੁਸੀਂ ਇਸ ਨੂੰ ਕੀ? ਤਾਂ ਉਹ ਕਹਿੰਦੇ ਨਹੀਂ, ਇਹਨਾਂ ਦੀ ਵਾਈਫ ਛੱਡ ਕੇ ਚਲੀ ਗਈ ਸੀ, ਇਹਨੂੰ ਕੋਈ ਦੇਖਣ ਵੀ ਨਹੀਂ ਆਉਂਦਾ ਸੀ ਤੇ ਇਹਦੇ ਬੱਚੇ ਵੀ ਇਹਨਾਂ ਕੋਲ ਔਖੇ ਸਨ ਤੇ ਇਹ ਆਪ ਵੀ ਨਹੀਂ ਜ਼ਿੰਦਾ ਰਹਿਣਾ ਚਾਹੁੰਦਾ ਸੀ। ਉਹਨੇ ਆਪਣੀਆਂ ਸਾਰੀਆਂ ਪਾਈਪਾਂ ਕੱਢ ਦਿੱਤੀਆਂ, ਆਪਣੇ ਜੋ ਆਕਸੀਜਨ ਪਾਈਪ ਵਗੈਰਾ ਲੱਗੀਆਂ ਹੋਈਆਂ ਸੀ। ਤੇ ਮੈਨੂੰ ਉਹ ਬੰਦਾ ਇੰਨੇ ਸਾਲ ਹੋ ਗਏ, ਮੈਨੂੰ ਭੁੱਲਦਾ ਨਹੀਂ ਹੈ ਕਿਉਂਕਿ ਮੈਂ ਉਸਨੂੰ ਕਦੀ ਮਿਲੀ ਨਹੀਂ। ਲੇਕਿਨ ਮੈਨੂੰ ਉਹਦੇ ਮੈਂ ਕੋਲ ਜਾ ਕੇ ਬੈਠ ਕੇ ਉਹਨੂੰ ਦੱਸ ਸਕਦੀ ਪਹਿਲੇ ਅਗਰ ਮਿਲੀ ਹੁੰਦੀ ਕਿ ਦੇਖੋ ਸਾਡੇ ਕੋਲ ਹੋਪ ਹੈ। ਉਸ ਬੰਦੇ ਦੇ ਕੋਲ ਹੋਪ ਨਹੀਂ ਹੈ। ਜਿਹੜੇ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹਨਾਂ ਕੋਲ ਕੋਈ ਉਮੀਦ ਨਹੀਂ ਹੈ। ਯੂ نو ਸਾਡੇ ਕੋਲ ਸੱਚਾ ਪਰਮੇਸ਼ਵਰ ਹੈ, ਸਾਡੇ ਕੋਲ ਜ਼ਿੰਦਾ ਪਰਮੇਸ਼ਵਰ ਹੈ, ਸਾਡੇ ਕੋਲ ਯਿਸੂ ਮਸੀਹ ਹੈ ਜੋ ਜੀਸਸ ਕ੍ਰਾਈਸਟ ਹੈ। ਓਕੇ, ਸਾਡੇ ਕੋਲ ਜੀਵਿਤ ਪਰਮੇਸ਼ਵਰ ਹੈ। ਤਾਂ ਹੁਣ ਜੋ ਵੀ ਅਸੀਂ ਕਦੀ ਪ੍ਰੇ ਕਰਦੇ ਆ ਸਾਨੂੰ ਉਸਦਾ ਜਵਾਬ ਮਿਲਦਾ ਹੈ। ਸਾਡੇ ਨਾਲ ਪ੍ਰਭੂ ਜੀ ਗੱਲਬਾਤ ਕਰਦੇ ਆ, ਤੁਹਾਨੂੰ ਸੁਪਨਿਆਂ ਦੇ ਵਿੱਚ ਜਵਾਬ ਦਿੰਦੇ ਨੇ। ਤੁਹਾਡੀ ਹਰ ਚੀਜ਼ ਜੋ ਤੁਸੀਂ ਪ੍ਰੇ ਕੀਤਾ, ਕੋਈ ਪ੍ਰੇਅਰ ਵਿਅਰਥ ਨਹੀਂ ਜਾਂਦੀ। ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ, ਤੁਸੀਂ ਬਹੁਤ ਜ਼ਿਆਦਾ ਬਲੈਸਡ ਹੋ। ਮੈਂ ਕਦੀ ਵੀ ਤੁਸੀਂ ਚਰਚ ਨੂੰ ਨਾ ਮਿਸ ਕਰਿਆ ਕਰੋ, ਮੈਂ ਇਹੀ ਕਹਾਂਗੀ ਕਿਉਂਕਿ ਮੈਨੂੰ ਵੀ ਮੈਂ ਕੁਝ ਵੀ ਹੁੰਦਾ ਸੀ ਚਰਚ ਵਿੱਚ ਮੈਂ ਪਹਿਲੇ ਪਹੁੰਚਦੀ ਸੀ। ਤੇ ਅਸੀਂ ਜਾਵਾਂਗੇ ਜੋ ਪਹਿਲੇ ਚੈਪਟਰ ਵਿੱਚ ਤੇ 10ਵੇਂ ਵਰਸ ਵਿੱਚ, ਹਨਾ, ਅਸੀਂ ਜਿੱਥੋਂ ਸ਼ੁਰੂ ਕਰਨ ਲੱਗੇ ਸੀ। ਤਾਂ ਇਹ ਬੋਲਦਾ ਹੈ 10ਵਾਂ ਵਰਸ, ਓਕੇ, ਉਹ ਜਗਤ ਵਿੱਚ ਸੀ ਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਹਿਚਾਨਿਆ। ਉਹ ਜਗਤ ਵਿੱਚ ਸੀ, ਹਨਾ, ਕੌਣ? ਪ੍ਰਭੂ ਯਿਸੂ ਮਸੀਹ ਜਗਤ ਵਿੱਚ ਸੀ ਤੇ ਜਗਤ ਉਸ ਤੋਂ ਰਚਿਆ ਗਿਆ ਤੇ ਉਸ ਨੂੰ ਜਗਤ ਨੇ ਨਾ ਪਹਿਚਾਨਿਆ। ਮੈਂ ਤੁਹਾਨੂੰ ਕੁਐਸਚਨ ਪੁੱਛਦੀ ਹਾਂ, ਜਗਤ ਕੀ ਹੈ? ਤੁਸੀਂ ਕੀ ਸੋਚਦੇ ਹੋ? ਜਗਤ ਪੇੜ ਹੈ, ਪਹਾੜ ਹੈ, ਘਾਟੀਆਂ ਨੇ, ਨਦੀ ਹੈ? बोलो की है जगत? ਝੀਲ ਹੈ, ਹਨਾ? ਅੱਛਾ, ਪੇੜਾਂ ਨੇ ਵੀ ਉਹਨਾਂ ਨੂੰ ਪਛਾਣ ਲਿਆ, ਹਵਾ ਨੇ ਵੀ ਉਹਨਾਂ ਨੂੰ ਪਛਾਣ ਲਿਆ, ਤੂਫਾਨ ਨੇ ਵੀ ਉਹਨਾਂ ਨੂੰ ਪਛਾਣ ਲਿਆ ਜਦੋਂ ਯਿਸੂ ਮਸੀਹ ਨੇ ਕਿਹਾ ਤੂਫਾਨ ਨੂੰ ਵੀ ਰੋਕ ਦਿੱਤਾ। ਮਛਲੀਆਂ ਨੇ ਵੀ ਪਛਾਣ ਲਿਆ ਕਿਉਂਕਿ ਮਛਲੀਆਂ ਨੂੰ ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਕਮਾਂਡ ਦਿੱਤਾ ਤੇ ਪੀਟਰ ਦੇ ਨੈਟ ਵਿੱਚ ਆ ਗਏ। ਤੇ ਕੁਦਰਤ ਨੇ ਵੀ ਪਛਾਣ ਲਿਆ। ਤਾਂ ਤੁਸੀਂ ਦੱਸੋ ਕੌਣ ਹੈ ਜਗਤ? ਜਗਤ ਤੁਸੀਂ ਤੇ ਮੈਂ, ਅਸੀਂ ਲੋਕ ਸਾਰੇ ਜਗਤ ਵਿੱਚ ਆ। ਤੇ ਹੁਣ ਦੁਬਾਰਾ ਪੜ੍ਹੀਏ ਤੇ ਇਹ ਉਹ ਜਗਤ ਵਿੱਚ ਸੀ, ਜਗਤ ਵੀ ਸਾਡੇ ਵਿੱਚ ਸਨ। ਉਹ ਪ੍ਰਭੂ ਯਿਸੂ ਮਸੀਹ ਸਾਡੇ ਵਿੱਚ ਸਨ ਤੇ ਜਗਤ ਉਸ ਤੋਂ ਰਚਿਆ। ਉਹਨਾਂ ਨੇ ਕ੍ਰੀਏਟ ਕੀਤਾ, ਉਹਨਾਂ ਨੇ ਇਹ ਜਗਤ ਬਣਾਇਆ। ਯੂ نو ਇੱਕ ਵਰਡ ਇੰਨਾ ਬਾਈਬਲ ਦਾ ਪਵਿੱਤਰ ਤੇ ਲਿਵਿੰਗ ਬਾਈਬਲ ਹੈ। ਇਹ ਤੁਹਾਡੇ ਨਾਲ ਗੱਲਾਂ ਕਰਦਾ ਹੈ। ਤੁਸੀਂ ਜਦੋਂ ਵੀ ਪੜ੍ਹੋ ਬਾਈਬਲ ਨੂੰ, ਤੁਸੀਂ ਇੱਕ ਲਫ਼ਜ਼ ਦਾ ਬਹੁਤ ਜ਼ਿਆਦਾ ਧਿਆਨ ਦਿਓ। ਪਰ ਉਹ ਜਗਤ ਵੀ ਸੀ, ਉਹਨਾਂ ਨੇ ਨਹੀਂ ਪਹਿਚਾਨਿਆ। ਹੁਣ ਤੁਸੀਂ ਸੋਚਦੇ ਹੋ ਕਿ ਅੱਜ ਹੁਣ ਉਹਨਾਂ ਨੇ ਪਛਾਣ ਲਿਆ, ਜਗਤ ਨੇ ਹੁਣ ਤੁਹਾਨੂੰ ਯਿਸੂ ਮਸੀਹ ਨੂੰ ਪਛਾਣਿਆ? ਅੱਜ 2000 ਸਾਲ ਹੋ ਗਏ ਉਹਨਾਂ ਦੇ ਗਏ, ਉਹਨਾਂ ਨੇ ਨਹੀਂ ਪਛਾਣਿਆ। ਤਾਂ ਤੁਸੀਂ ਜਿਹੜੇ ਲੋਕੀ ਆਈ ਵਿਟਨੈਸ ਸਨ, ਉਹਨਾਂ ਨੇ ਤੀਸਰੇ ਦਿਨ ਉਹ ਜਾਗ ਉੱਠੇ ਸਨ ਤੇ ਉਹਨਾਂ ਨੂੰ ਪਰਮੇਸ਼ਵਰ ਨੇ ਉਠਾ ਲਿਆ ਸੀ ਤੇ ਉਹਨਾਂ ਨੇ 500 ਬੰਦਿਆਂ ਕੋਲ ਜਾ ਕੇ ਟੈਸਟਮਨੀ ਦਿੱਤੀ, ਉਹ ਮਿਲੇ ਤਾਂ ਉਹਨਾਂ ਨੇ ਪਛਾਣਿਆ। ਉਹਨਾਂ ਦੇ ਆਪਣੇ ਚੇਲਿਆਂ ਨੇ ਕਿਹਾ
ਕਿ ਮੈਂ ਨਹੀਂ ਬਲੀਵ ਕਰਦਾ। ਥਾਮਸ ਕਹਿੰਦੇ ਮੈਨੂੰ ਮੋਰੀ ਦਿਖਾਓ ਜਿੱਥੇ ਉਹਨਾਂ ਨੂੰ ਕਿਲ ਠੋਕਿਆ ਸੀ, ਤੇ ਉਹਨਾਂ ਨੇ ਮੋਰੀ ਦਿਖਾਈ। ਫਿਰ ਆਪਣੇ ਚੇਲਿਆਂ ਨੂੰ ਉਹਨਾਂ ਨੇ ਮੱਛਲੀ ਖਾਣਾ ਬਣਾ ਕੇ ਖਿਲਾਇਆ ਨਦੀ ਦੇ ਕਿਨਾਰੇ, ਤੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਦਰਸ਼ਨ ਦਿੱਤਾ ਕਿ ਆਈ ਵੀ ਜਿਹੜੇ ਉਹਨਾਂ ਨੂੰ ਉੱਠ ਕੇ ਮੈਰੀ ਤੇ ਲੇਡੀਜ਼ ਨੇ ਪਹਿਲੇ ਦੇਖਿਆ ਕਿ ਉਹਨਾਂ ਨੇ ਵੀ ਕਿ ਹੁਣ ਪਛਾਣਦੇ ਨੇ ਲੋਕੀ, ਇਹਨਾਂ ਨੇ ਆਪਣੇ ਅੱਖੀ ਦੇਖਿਆ ਤਾਂ ਵੀ ਹੁਣ ਨਹੀਂ ਪਛਾਣ ਰਹੇ। ਹੁਣ ਅਗਲੇ ਅੱਛਾ ਉਸ ਦਿਨ ਜਿਸ ਦਿਨ ਪ੍ਰਭੂ ਯਿਸੂ ਮਸੀਹ ਨੂੰ ਕ੍ਰਾਸ ਤੇ ਚੜਾਇਆ ਸੀ, ਤੇ ਉਸ ਦਿਨ ਸੇਂਟਸ ਸੰਤ ਉਹ ਕਬਰਾਂ ਚੋਂ ਉੱਠ ਖੜੇ ਹੋਏ ਸੀ, ਲੋਕੀ ਖੜੇ ਹੋ ਗਏ ਸੀ, ਤੇ ਅਰਥਕੁਇਕ ਆਇਆ ਸੀ ਉਸ ਦਿਨ, ਭੁਚਾਲ ਆਈ ਸੀ, ਤੇ ਉੱਥੇ ਟੈਂਪਲ ਦੇ ਵਿੱਚ ਇੰਨਾ ਪਰਦਾ ਫਟ ਗਿਆ ਸੀ, ਤੇ ਪਰਦਾ ਉਹ ਪਤਲਾ ਵਾਲਾ ਪਰਦਾ ਨਹੀਂ ਸੀ, ਉਹ ਕੋਈ 1.5 ਫੁੱਟ ਮੋਟਾ ਪਰਦਾ ਹੁੰਦਾ, ਉਹ ਉੱਤੋਂ ਦੀ ਥੱਲੇ ਤੱਕ ਫਟ ਗਿਆ। ਤੇ ਇਹ ਸਾਰਾ ਕੁਝ ਲੋਕਾਂ ਨੇ ਦੇਖਿਆ, ਤਾਂ ਤੁਸੀਂ ਸੋਚਦੇ ਹੋ ਕਿ ਉਹਨਾਂ ਨੇ ਪਛਾਣਿਆ? ਨਹੀਂ ਪਛਾਣਿਆ। ਤਾਂ ਅਸੀਂ ਮੈਂ ਓਕੇ ਹੁਣ ਨੈਕਸਟ ਵਰਸ ਤੇ ਜਾਵਾਂਗੇ, 11ਵਾਂ ਵਰਸ 10-11 ਬੋਲਦਾ ਹੈ, ਉਹ ਆਪਣੇ ਘਰ ਆਇਆ। ਆਪਣੇ ਘਰ ਕਿਹਦੇ ਕੋਲ ਆਉਂਦਾ? ਆਪਣਿਆਂ ਕੋਲ, ਹਨਾ? ਆਪਣੇ ਘਰ ਆਇਆ ਤੇ ਜਿਹੜੇ ਉਸਦੇ ਆਪਣੇ ਸਨ ਉਸਨੇ ਉਸਨੂੰ ਕਬੂਲ ਨਾ ਕੀਤਾ, ਪਰ ਜਿਨ੍ਹਾਂ ਨੇ ਉਹਨਾਂ ਨੂੰ ਕਬੂਲ, ਅਗਲਾ ਵਰਸ 12ਵਾਂ, ਤੇ ਉਹਨਾਂ ਨੇ ਜਿਸ ਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ। ਤਾਂ ਜਿਨ੍ਹਾਂ ਨੇ ਕਬੂਲ ਕੀਤਾ ਉਹ ਪਰਮੇਸ਼ਵਰ ਦੇ ਪੁੱਤਰ ਤੇ ਧੀਆਂ ਹੋਣ ਦਾ ਹੱਕ ਦਿੱਤਾ। ਤੇ ਕਬੂਲ ਕਦੋਂ ਕਰਦਾ ਬੰਦਾ? ਜਦੋਂ ਵਿਸ਼ਵਾਸ ਕਰਦਾ ਹੈ ਨਾ, ਜਦੋਂ ਬਿਲੀਵ ਕਰਦਾ ਹੈ, ਤੇ ਤਾਂ ਹੱਕ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਜਗਤ ਬਣਾਇਆ, 10ਵੇਂ ਵਰਸ ਵਿੱਚ ਬੋਲਦੇ ਹੈ, 11ਵੇਂ ਵਰਸ ਵਿੱਚ ਬੋਲਦੇ ਹੈ, ਉਹ ਆਪਣੇ ਘਰ ਆਇਆ, ਆਪਣੇ ਲੋਕਾਂ ਕੋਲ ਆਇਆ। 12ਵਾਂ ਵਰਸ ਬੋਲਦਾ ਹੈ, ਜਿਨ੍ਹਾਂ ਨੇ ਕਬੂਲ ਕੀਤਾ ਉਹਨਾਂ ਨੇ ਉਸ ਨੂੰ ਪਰਮੇਸ਼ਵਰ ਦੇ ਪੁੱਤਰ ਜਾਂ ਧੀਆਂ ਹੋਣ ਦਾ ਹੱਕ ਦਿੱਤਾ। ਤਾਂ ਫਿਰ ਤੁਸੀਂ ਹੁਣ ਸਮਝ ਆ ਗਈ ਕਿ ਜਿਨ੍ਹਾਂ ਨੇ ਕਬੂਲ ਕੀਤਾ ਉਹਦਾ ਮਤਲਬ ਉਹਨਾਂ ਨੂੰ ਵਿਸ਼ਵਾਸ ਹੋ ਗਿਆ। ਤਾਂ ਹੁਣ ਅਸੀਂ ਮਰਕਸ ਦੀ ਬੁੱਕ ਵਿੱਚ ਆਵਾਂਗੇ, ਬਾਈਬਲ ਦੀ ਬੁੱਕ ਵਿੱਚ, ਮਰਕਸ ਦੀ 16 ਦੇ ਵਿੱਚ, ਮਰਕਸ 16 ਅਧਿਆਏ, ਮਰਕਸ ਦੀ ਅੰਜੀਲ 16 ਅਧਿਆਏ, ਮਾਰਕ 16 ਵਿੱਚ ਆਵਾਂਗੇ। ਉਹਦਾ ਕਿੰਨਾ ਵਚਨ? ਉਹਦਾ ਵਚਨ ਹੈਗਾ 15 ਵਚਨ ਪੜ੍ਹਾਂਗੇ। ਓਕੇ, ਉਹਨਾਂ ਨੇ 15, 16, 17, 18 ਅਸੀਂ ਪੜਾਂਗੇ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਉਸਨੇ, ਕਿਸਨੇ? ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ, ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ਼ਕਤੀ ਦੀ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨਿਸ਼ਚਾ ਕਰੇ ਤੇ ਬਪਤਿਸਮਾ ਲਵੇ, ਬਹੁਤ ਇੰਪੋਰਟੈਂਟ, ਜਿਹੜਾ ਨਿਸ਼ਚਾ ਲਵੇ, ਪਹਿਲੇ ਤੇ ਉਹ ਬਲੀਵ ਕਰੇ, ਬਲੀਵ ਕਰਨ ਤੋਂ ਬਾਅਦ ਬਪਤਿਸਮਾ ਲਵੇ, ਤੇ ਉਹ ਕੀ, ਉਹ ਬਚਾਇਆ ਜਾਵੇਗਾ। ਜਿਹੜਾ ਪ੍ਰਤੀਤ ਨਾ ਕਰੇ ਉਸ ਦੇ ਉੱਤੇ ਸਜ਼ਾ ਦਾ ਹੁਕਮ ਦਿੱਤਾ ਜਾਵੇਗਾ। ਤੋ ਫਿਰ ਅਤੇ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨੀਆਂ ਹੋਣ ਕਿ ਮੇਰੇ ਨਾਮ ਨਾਲ ਉਹ ਕੀ ਕਰ ਸਕਦੇ ਆ? 5 ਚੀਜ਼ਾਂ ਉਹ ਕਰ ਸਕਦੇ, ਜਿਹੜੇ ਨਿਸ਼ਚਾ ਕਰੇ, ਔਰ ਜਿਹੜਾ ਵਿਸ਼ਵਾਸ ਕਰੇ, ਔਰ ਜਿਹੜਾ ਬਪਤਿਸਮਾ ਲਵੇ, ਉਹ ਦੁਸ਼ਟ ਆਤਮਾ ਨੂੰ ਕੱਢ ਸਕਦਾ, ਉਹ ਨਵੀਆਂ ਬੋਲੀਆਂ ਬੋਲੇਗਾ, ਉਹ ਸੱਪਾਂ ਨੂੰ ਵੀ ਫੜ ਸਕਦਾ ਹੈ, ਤੇ ਉਹਨਾਂ ਨੂੰ ਕੁਝ ਨਹੀਂ ਹੋਏਗਾ। ਉਹ ਪੋਇਜ਼ਨ, ਜ਼ਹਿਰ ਵੀ ਪੀ ਲਵੇ ਤੇ ਉਸ ਨੂੰ ਕੁਝ ਨਹੀਂ ਹੋਏਗਾ। in the name of, ਜਦੋਂ ਵੀ ਤੁਸੀਂ ਕੁਝ ਖਾਂਦੇ ਹੋ, ਤੁਸੀਂ in the name of Jesus just bless the food, ਤੇ ਤੁਹਾਨੂੰ ਕੁਝ ਨਹੀਂ ਹੋਏਗਾ। ਤੇ ਤੁਸੀਂ ਕਿਸੇ ਰੋਗੀਆਂ ਦੇ ਉੱਤੇ ਹੱਥ ਰੱਖੋ ਤੇ ਰੋਗੀ ਠੀਕ ਹੋ ਜਾਣਗੇ, ਅਰੋਗੀ ਹੋ ਜਾਣਗੇ। ਕਿੰਨਾ ਕੁਝ ਦੇ ਦਿੱਤਾ ਉਹਨਾਂ ਨੇ, ਇਸ ਤੋਂ ਵੱਧ ਕੀ ਚਾਹੀਦਾ? ਲੇਕਿਨ ਤੁਸੀਂ ਜਾ ਕੇ ਪ੍ਰਚਾਰ ਕਰੋ। ਉਹਨਾਂ ਨੇ ਕਿਹਾ ਕਿ
ਇਹ 5 ਚੀਜ਼ਾਂ ਵੀ ਤੁਹਾਨੂੰ ਮਿਲਣਗੀਆਂ। ਉਹ ਤੁਸੀਂ ਦੁਸ਼ਟ ਆਤਮਾ ਨੂੰ ਕੱਢ ਸਕਦੇ ਹੋ, ਤੁਸੀਂ ਨਵੀਆਂ ਬੋਲੀਆਂ ਬੋਲੋਗੇ, ਸੱਪਾਂ ਨੂੰ, ਸੱਪ ਤੇ ਐਗਜ਼ਾਮਪਲ ਹੈ, ਕੋਈ ਵੀ ਬੁਰੀ ਚੀਜ਼ ਤੁਸੀਂ ਤੁਹਾਡੇ ਨੇੜੇ ਆਵੇ ਤੇ ਤੁਹਾਨੂੰ ਕੁਝ ਨਹੀਂ ਹੋਵੇਗਾ, ਤੇ ਤੁਸੀਂ ਜ਼ਹਿਰ ਵੀ ਪੀ ਲੋਗੇ ਤੇ ਤੁਹਾਨੂੰ ਕੁਝ ਨਹੀਂ ਹੋਵੇਗਾ। ਪਰ ਉਹਨਾਂ ਦੇ ਨਾਂ ਤੇ, ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਤੁਸੀਂ ਜਦੋਂ ਹੱਥ ਰੱਖੋਗੇ ਕਿਸੇ ਦੇ ਤਾਂ ਉਹ ਅਰੋਗੀ ਹੋ ਜਾਣਗੇ। ਮੈਂ ਬਹੁਤ ਨਵੀਂ ਪ੍ਰਭੂ ਵਿੱਚ ਆਈ ਸੀ ਤੇ ਮੈਂ ਇਹ ਸਾਰਾ ਕੁਝ ਪੜਿਆ, ਲੇਕਿਨ ਸ਼ੁਰੂ ਵਿੱਚ ਤੁਹਾਨੂੰ ਇਹ ਹੁੰਦਾ ਕਿ ਤੁਸੀਂ ਬਲੀਵ ਨਹੀਂ ਕਰਦੇ, ਤੁਸੀਂ ਸੋਚਦੇ ਹੋ ਹਾਂ ਇਹ ਸੱਚੀ ਗੱਲ ਹੈ, ਮੈਂ ਇਹ ਕਰਾਂਗੀ ਜਾਂ ਕਰਾਂਗਾ ਤੇ ਇਸ ਤਰ੍ਹਾਂ ਹੋ ਸਕਦਾ ਹੈ। ਫਿਰ ਮੇਰਾ ਟ੍ਰਿਪ ਲੱਗਾ ਇੰਡੀਆ ਨੂੰ, ਦਿੱਲੀ ਵਿੱਚ ਮੇਰੀਆਂ ਭੈਣਾਂ ਰਹਿੰਦੀਆਂ, ਅਸੀਂ 5 ਭੈਣਾਂ ਹੈਗੀਆਂ ਵਾ। ਮੈਂ ਇੱਕ ਆਪਣੀ ਭੈਣ ਦੇ ਘਰ ਰੁਕੀ ਤੇ ਇੱਕ ਦੂਸਰੀ ਭੈਣ ਉਹਨੂੰ ਮੈਨੂੰ ਮਿਲਣ ਆਈ ਤੇ ਉਹ ਲੰਗੜਾਂਦੀ ਆਈ ਮੇਰੇ ਕੋਲ ਤੇ ਕਹਿੰਦੀ ਉਹ ਮੈਨੂੰ, ਮੈਂ ਐਕਸਰੇ ਵੀ ਕਰਾ ਲਿਆ, ਉਹ ਫਿਜ਼ੀਕਲ ਥੈਰੇਪੀ ਵੀ ਕਰਾ ਲਿਆ, ਮਾਲਿਸ਼ ਵੀ ਕਰਾ ਲਿਆ, ਕੈਟ ਸਕੈਨ ਵੀ ਕਰਾ, ਉਹ ਸਾਰੇ ਉਹਨੇ ਮਤਲਬ ਸਾਰੇ ਡਾਕਟਰਾਂ ਕੋਲ ਹੋ ਆਈ ਤੇ ਠੀਕ ਨਹੀਂ ਹੋਇਆ। ਮੈਂ ਕਿਹਾ ਤੂੰ ਫਿਕਰ ਨਾ ਕਰ, ਚਲ ਮੈਂ ਪ੍ਰੇ ਕਰਦੀ ਆ ਤੇਰੇ ਨਾਲ। ਮੈਂ ਉਸਦੇ ਉੱਤੇ ਹੱਥ ਰੱਖ ਕੇ ਤੇ ਉਹਦੇ ਲੱਤ ਦੇ ਉੱਤੇ ਪੈਰਾਂ ਤੇ ਮੈਂ ਪ੍ਰੇ ਕੀਤਾ ਇਨ ਦ ਨੇਮ ਆਫ ਜੀਸਸ। ਉਹ ਠੀਕ ਹੋ ਗਈ, ਉਹ ਨਾ ਪ੍ਰੇਜ਼ ਗॉड, ਉਹ ਠੀਕ ਹੋ ਗਈ। ਉਹ ਫਿਰ ਮੇਰੀ ਸਾਰੀਆਂ ਸਿਸਟਰਸ ਨੂੰ ਕਹਿਣਾ ਸ਼ੁਰੂ ਕਰਤਾ ਇਹ ਜੋ ਪ੍ਰੇ ਕੀਤਾ ਇਹਨੇ, ਇਹਦੇ ਕੋਲ, ਇਹਨੂੰ ਪ੍ਰੇ ਦਾ ਤਰੀਕਾ ਆਉਂਦਾ ਹੈ, ਇਹ ਤਰੀਕਾ ਨਹੀਂ, ਇਹ ਯਿਸੂ ਮਸੀਹ ਹੈ। ਤੇ ਇਹ ਤਾਂ ਮੇਰੀ ਐਡਵਰਟਾਈਜ਼ਮੈਂਟ ਬਣ ਗਈ ਮੇਰੀ ਭੈਣ, ਕਿ ਸਾਰਿਆਂ ਨੂੰ ਦੱਸੇ ਤੂੰ ਵੀ ਕਰਾ ਲੈ, ਤੂੰ ਪ੍ਰੇ ਤੂੰ ਵੀ ਕਰਾ ਲੈ। ਤੇ ਸਾਰਿਆਂ ਨੂੰ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਯਿਸੂ ਮਸੀਹ ਨੂੰ ਗ੍ਰਹਿਣ, ਫਿਰ ਮੈਂ ਦੱਸਿਆ ਕਿਸ ਤਰ੍ਹਾਂ ਉਹ ਗ੍ਰਹਿਣ ਕਰੀਦਾ। ਸੋ ਇਹ ਮੇਰੇ ਨਾਲ ਸ਼ੁਰੂ ਵਿੱਚ ਜਦੋਂ ਮੈਂ ਮਸੀਹ ਵਿੱਚ ਆਈ ਸੀ ਤੇ ਮੇਰਾ ਇਹ ਪਹਿਲਾ ਇਨਸਟੈਂਟ ਹੋਇਆ ਸੀ। ਤੇ ਪਰ ਮੈਨੂੰ ਮੈਂ ਵਿਸ਼ਵਾਸ ਕੀਤਾ ਸੀ, ਮੈਂ ਜੋ ਇਹਦੇ ਵਿੱਚ ਇੱਕ ਲਫ਼ਜ਼, ਤੁਹਾਨੂੰ ਪਤਾ ਹੈ ਇਹ ਦੁਨੀਆ ਦੀ ਸਭ ਤੋਂ ਪਵਿੱਤਰ ਬੁੱਕ ਹੈ। ਇਹ ਬੁੱਕ ਦੇ, ਇਹ ਪਵਿੱਤਰ ਬਾਈਬਲ ਦੇ ਵਿੱਚੋਂ ਸਾਰੀਆਂ ਕਿਤਾਬਾਂ ਨਿਕਲੀਆਂ। ਮੈਂ ਪਹਿਲੇ ਬਿਜ਼ਨਸ ਵਿੱਚ ਹੁੰਦੀ ਸੀ, ਇੱਕ ਮੇਰਾ ਬਿਜ਼ਨਸ ਸੀ ਇੱਥੇ, ਮੇਰੇ ਹਸਬੈਂਡ, ਉਹਦੇ ਵਿੱਚ ਸਾਨੂੰ ਕਿਤਾਬਾਂ ਪੜ੍ਹਾਉਂਦੇ ਸਨ, ਕਿਸ ਤਰ੍ਹਾਂ ਕਿਸੇ ਨਾਲ ਗੱਲ, ਕੋਈ ਮੋਟੀਵੇਸ਼ਨਲ ਸਪੀਕਿੰਗ ਵਗੈਰਾ ਦੀਆਂ ਗੱਲਾਂ ਕਰਦੇ ਸਨ। ਤੇ ਉਹ ਸਾਰੀਆਂ ਕਿਤਾਬਾਂ ਇਹ ਕਿਤਾਬ ਦੇ ਵਿੱਚੋਂ ਨਿਕਲੀ। ਕਹਿੰਦੇ ਜੋ ਤੁਸੀਂ ਬੋਲੋਗੇ ਉਹੀ ਤੁਹਾਡਾ ਹੋਏਗਾ। ਲਫ਼ਜ਼ ਜਿਹੜਾ ਵਰਡ ਹੈ ਬਹੁਤ ਇੰਪੋਰਟੈਂਟ ਹੈ। ਤੇ ਸੋ ਹੁਣ ਅਸੀਂ ਜਾਵਾਂਗੇ, ਤੁਹਾਨੂੰ ਜਾਣ ਦੀ ਲੋੜ ਨਹੀਂ, ਮੈਥਿਊ ਦੇ, ਮੱਤੀ ਦੀ ਅੰਜੀਲ, ਮੱਤੀ ਦੀ 4 ਅਧਿਆਏ 18ਵਾਂ ਤੇ 19 ਵਰਸ। ਤੁਹਾਨੂੰ ਜਾਣ ਦੀ ਲੋੜ ਨਹੀਂ, ਮੈਂ ਬਸ ਇੱਕ ਛੋਟੀ ਜਿਹੀ ਗੱਲ ਦੱਸਣੀ। ਉੱਥੇ ਲਿਖਿਆ ਹੈ ਕਿ ਗੈਲੀਲੀ ਦੀ ਝੀਲ ਤੇ ਯਿਸੂ ਮਸੀਹ ਜਾ ਰਹੇ ਸਨ। ਅਗਰ ਤੁਸੀਂ ਖੋਲ ਰਹੇ ਹੋ ਬੁੱਕ ਤਾਂ ਮੱਤੀ ਦੀ 4 ਅਧਿਆਏ ਤੇ 18ਵਾਂ ਵਰਸ, 4 ਦੀ 18 ਐਤ ਨੂੰ ਪੜਾਂਗੇ ਮੱਤੀ ਦੀ ਅੰਜੀਲ। ਇੱਕ ਜਣਾ ਕੋਈ ਵੀ ਪੰਜਾਬੀ ਦੇ ਵਿੱਚ ਪੜੋ, ਇੱਥੇ ਅਸੀਂ ਪੜ੍ਹਦੇ ਆ, ਇਧਰੋਂ ਤੁਸੀਂ ਸੁਣੋ। ਹਾਂਜੀ। ਮੈਂ ਪੜਦਾ ਮਾਈਕ ਦੇ ਵਿੱਚ। ਬਸ ਮੈਂ ਇਹਦੇ ਵਿੱਚ ਇੱਕ ਗੱਲ ਕਹਿਣੀ, ਅਗਲਾ ਵਰਸ ਮੋਰ ਇੰਪੋਰਟੈਂਟ ਹੈ, ਅਗਲਾ ਵਰਸ ਇਕੱਠੇ ਪੜਾਂਗੇ। ਇੱਥੇ ਇਹ ਲਿਖਿਆ ਕਿ ਗੈਲੀਲੀ ਦੀ ਝੀਲ ਤੇ ਯਿਸੂ ਮਸੀਹ ਜਾ ਰਹੇ ਸਨ। ਉਹਨਾਂ ਨੇ ਪੀਟਰ, ਪਤਰਸ, ਤੁਹਾਡਾ ਪੰਜਾਬੀ ਚ ਪਤਰਸ, ਸਾਈਮਨ ਬੋਲਦੇ ਨੇ, ਤੇ ਐਂਡਰੂ ਉਹਦਾ ਬ੍ਰਦਰ, ਉਹ ਜਾ ਰਹੇ, ਕਹਿੰਦੇ ਮੇਰੇ ਮਗਰ ਆਓ, ਤੇ ਉਹ ਉਹਨਾਂ ਦੇ ਮਗਰ ਚੱਲ ਪਏ। ਫਿਰ ਹੁਣ ਅਸੀਂ ਜਾਵਾਂਗੇ ਯੋਨਾ ਦੀ 16ਵਾਂ ਚੈਪਟਰ ਤੇ। ਯੋਨਾ ਅੰਜੀਲ 16 ਬਾਪ ਉਹਦੀ ਪੜੀਏ। 16 ਤੇ, ਜੌਨ ਦੀ 16 ਤੇ ਉਹਦਾ ਵਰਸ ਹੈਗਾ 29। ਜਿਹੜਾ ਮੈਂ ਮੇਨ ਅੱਜ ਤੁਹਾਨੂੰ ਇਹ ਪੜਾਉਣਾ ਚਾਹੁੰਦੀ ਹਾਂ, ਇਹ ਤੁਸੀਂ ਅਗਰ ਨਾਲ ਲੈ ਕੇ ਜਾਓਗੇ ਆਪਣੇ ਦਿਮਾਗ ਦੇ ਵਿੱਚ, ਤੇ ਇਹ ਅੱਛਾ 16 ਦੀ ਕਿੰਨੀ ਹੈ ਵਚਨ, ਕਿੰਨਾ? 29 30 ਪੜਾਂਗੇ। ਅੱਛਾ। ਉਹਨੇ ਚੇਲਿਆਂ ਨੂੰ ਕਿਹਾ,
ਵੇਖੋ ਹੁਣ ਤੂੰ ਖੋਲ ਕੇ ਆਖਦਾ ਹੈ ਅਤੇ ਕੋਈ ਬੁਝਾਰਤ ਨਹੀਂ ਕਹਿੰਦਾ। बस ਹੁਣ बस रुको, हाँ, अजय रुको। और ਉਹਦੇ ਚੇਲਿਆਂ ਨੂੰ ਕਿਹਾ ਵੇਖੋ ਹੁਣ, ਇਹ ਹੁਣ ਕਦੋਂ ਹੋਇਆ? ਇਹ 3.5 ਸਾਲ ਬਾਅਦ। ਉਦੋਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਗੈਲੀਲੀ ਦੇ ਝੀਲ ਤੋਂ ਉਹਨਾਂ ਨੂੰ ਲਿਆ। ਫਿਰ ਚੇਲੇ ਸਾਰੇ ਇਕੱਠੇ ਹੋਏ, 12 ਚੇਲਿਆਂ ਨੂੰ 3.5 ਸਾਲ ਉਹ ਯਿਸੂ ਮਸੀਹ ਦੇ ਨਾਲ ਚੱਲੇ। ਤਾਂ ਇੱਥੇ ਬੋਲਦਾ ਹੈ ਕਿ ਵੇਖੋ ਹੁਣ ਤੂੰ ਖੁੱਲ ਕੇ ਆਖਦਾ ਹੈ। ਕੌਣ? ਯਿਸੂ ਮਸੀਹ ਹੁਣ ਖੁੱਲ ਕੇ ਆਖਦੇ ਨੇ ਤੇ ਕੋਈ ਬੁਝਾਰਤ ਨਹੀਂ ਪਾਉਂਦੇ। ਤੁਸੀਂ ਸੋਚਦੇ ਕਦੀ ਉਹਨਾਂ ਨੇ ਬੁਝਾਰਤਾਂ ਪਾਇਆ? ਨਹੀਂ, ਪਹਿਲੇ ਸ਼ੁਰੂ ਦਿਨ ਤੋਂ ਹੀ ਯਿਸੂ ਮਸੀਹ ਸੇਮ ਗੱਲ ਸੇਮ ਤਰੀਕੇ ਨਾਲ ਬੋਲਦੇ ਪਏ ਸਨ ਤੇ ਕੋਈ ਬੁਝਾਰਤਾਂ ਨਹੀਂ ਪਾਉਂਦੇ ਸਨ। ਅਗਲਾ ਵਰਸ ਪੜੋ। ਹਾਂਜੀ, ਹੁਣ ਅਸੀਂ ਜਾਣ ਗਏ ਭਈ ਤੂੰ ਸਭੋ ਕੁਝ ਜਾਣਦਾ ਹੈ ਔਰ ਤੈਨੂੰ ਲੋੜ ਨਹੀਂ ਜੋ ਤੈਥੋਂ ਕੋਈ ਪੁੱਛੇ। ਐਸ ਤੋਂ ਅਸੀਂ ਪ੍ਰਤੀਤ ਕਰਦੇ ਹਾਂ ਜੋ ਤੂੰ ਪਰਮੇਸ਼ਰ ਕੋਲੋਂ ਆਇਆ ਹੈ। ਹੁਣ ਅਸੀਂ ਜਾਣ ਗਏ ਆ। ਕੌਣ ਜਾਣ ਗਏ ਨੇ? ਚੇਲੇ ਜਾਣ ਗਏ ਨੇ ਕਿ ਕਹਿੰਦੇ ਸਾਨੂੰ ਹੁਣ ਸਭ ਪਤਾ ਲੱਗ ਗਿਆ, ਸਾਨੂੰ ਕੋਈ ਕੁਐਸਚਨ ਨਹੀਂ ਹੈਗਾ। ਤੇ ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਤੂੰ ਪ੍ਰਭੂ ਤੋਂ ਆਏ ਹੋ, ਪਰਮੇਸ਼ਵਰ ਤੋਂ ਆਏ ਹੋ। ਕੀ ਇੱਥੇ ਹੋਇਆ? ਇਹਨਾਂ ਦਾ ਵਿਸ਼ਵਾਸ ਵਧਿਆ। 3.5 ਸਾਲ ਲੱਗੇ ਇਹਨਾਂ ਦਾ ਵਿਸ਼ਵਾਸ ਵਧਣ ਨੂੰ। ਤੇ ਇਹਦੇ ਵਿੱਚ ਕੌਣ ਬਦਲਿਆ? ਕਿਹਦੀ ਸਥਿਤੀ ਬਦਲੀ? ਪ੍ਰਭੂ ਯਿਸੂ ਮਸੀਹ ਤੇ ਸੇਮ ਗੱਲ ਬੋਲਦੇ ਸੀ। ਦੁਬਾਰਾ ਪੜੋ ਅਗਰ ਤੁਹਾਨੂੰ ਸਮਝ। ਹੁਣ ਅਸੀਂ ਜਾਣ ਗਏ ਆ। ਹੁਣ ਵਰਸ ਨੰਬਰ 30 ਦੇ ਵਿੱਚ ਵੀ ਇਹ ਲਿਖਿਆ ਹੁਣ। ਹੁਣ ਦਾ ਮਤਲਬ ਹੈ 3.5 ਸਾਲ ਬਾਅਦ ਨਾ। ਹੁਣ ਅਸੀਂ ਜਾਣ ਗਏ ਆ, ਤੂੰ ਸਭ ਕੁਝ ਜਾਣਦਾ ਹੈ ਅਤੇ ਤੈਨੂੰ ਲੋੜ ਨਹੀਂ ਜੋ ਤੈਥੋਂ ਅਸੀਂ ਕੁਝ ਪੁੱਛੀਏ। ਤੇ ਇਸ ਤੋਂ ਅਸੀਂ ਪ੍ਰਤੀਤ ਕਰਦੇ ਆ ਕਿ ਤੂੰ ਪਰਮੇਸ਼ਵਰ ਕੋਲੋਂ ਆਇਆ ਹੈ। ਪ੍ਰਤੀਤ ਕਿਉਂ? ਕੀ ਕਰਦੇ? ਬਲੀਵ ਕਰਦੇ ਨੇ। ਹੁਣ ਸਾਰੇ ਚੇਲੇ, ਉਹਨਾਂ ਨੂੰ 3.5 ਸਾਲ ਲੱਗ ਗਏ ਇਹ ਵਿਸ਼ਵਾਸ ਵਿੱਚ, ਹੈਨਾ। ਤੇ ਉਹਨਾਂ ਦਾ ਕੀ ਬਦਲਿਆ? ਉਹਨਾਂ ਦੀ ਸਥਿਤੀ ਬਦਲੀ। ਚੇਲਿਆਂ ਦੀ ਸਥਿਤੀ ਤੋਂ ਸਪਸ਼ਟਤਾ ਦੀ ਸਥਿਤੀ ਵਿੱਚ ਪਹੁੰਚੇ, ਪੋਜੀਸ਼ਨ ਆਫ ਕਲੈਰਿਟੀ ਵਿੱਚ ਪਹੁੰਚ ਗਏ। ਤੇ ਭੌਤਿਕ ਖੇਤਰ ਦੇ ਸਪਿਰਿਚੁਅਲ ਫਿਜ਼ੀਕਲ ਰੈਲਮ ਤੋਂ ਸਪਿਰਿਚੁਅਲ ਰੈਲਮ ਵਿੱਚ ਪਹੁੰਚੇ। ਜਿਸ ਤਰ੍ਹਾਂ ਭੌਤਿਕ ਖੇਤਰ ਤੇ ਅਧਿਆਤਮਿਕ ਖੇਤਰ ਵਿੱਚ ਪਹੁੰਚੇ। ਤੇ ਚੇਲਿਆਂ ਦੀ ਸਮਝ ਵਧੀ, ਹੈਨਾ। ਤੇ ਹੁਣ ਚੇਲਿਆਂ ਨੇ ਕਿਹਾ ਹੁਣ ਅਸੀਂ ਜਾਣ ਗਏ ਆ, ਹੁਣ ਤੁਸੀਂ ਖੁੱਲ ਕੇ ਬੋਲਦੇ ਹੋ। ਚੇਲਿਆਂ ਦਾ ਵਿਸ਼ਵਾਸ ਵਧਿਆ, ਹੈਨਾ। ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਤੋਂ ਆਏ ਨੇ। ਹੁਣ 5 ਚੀਜ਼ਾਂ ਇਹਦੇ ਵਿੱਚ ਤੁਸੀਂ ਪੜ੍ਹਦੇ ਹੋ। ਉਹ ਕਲੀਅਰ ਬੋਲਦੇ ਨੇ, ਮਤਲਬ ਉਹ ਸਾਫ਼ ਬੋਲਦੇ ਨੇ। ਫਿਰ ਬੁਝਾਰਤਾਂ ਨਹੀਂ ਪਾਉਂਦੇ, ਸਾਨੂੰ ਕੋਈ ਕੁਐਸਚਨ ਨਹੀਂ ਹੈ, ਅਸੀਂ ਸਭ ਕੁਝ ਜਾਣ ਗਏ ਆ ਤੇ ਤੁਸੀਂ ਪਰਮੇਸ਼ਵਰ ਤੋਂ ਆਏ ਹੋ। ਇਹ 5 ਗੱਲਾਂ ਇਹ 2 ਵਰਸਸ ਵਿੱਚ ਲਿਖੀਆਂ। ਕਿੰਨਾ ਡੀਪ ਹੈ ਇਹ। ਮੈਂ ਤੁਹਾਨੂੰ ਦੀ ਸ਼ੁਰੂਆਤ ਕੀਤੀ ਸੀ ਜੋਨਾ ਦੀ ਪਹਿਲਾ ਚੈਪਟਰ ਤੇ, ਹੈਨਾ, ਪਹਿਲਾ ਅਧਿਆਇ। ਲੈਟਸ ਗੋ ਬੈਕ ਦੇਅਰ। ਉਹ ਪ੍ਰਭੂ ਯਿਸੂ ਮਸੀਹ 10ਵਾਂ ਵਰਸ ਬੋਲਦਾ ਹੈ, ਉਹ ਪ੍ਰਭੂ ਯਿਸੂ ਮਸੀਹ ਜਗਤ ਵਿੱਚ ਸਨ। ਯੂਹੰਨਾ ਪਹਿਲਾ ਉਹਦੀ 10 ਯੂਹੰਨਾ ਦੀ ਇੰਜੀਲ ਸ਼ੁਰੂ ਕੀਤਾ ਸੀ ਪਹਿਲੇ। ਮੈਂ ਵਾਪਸ ਲੈ ਕੇ ਜਾ ਰਹੀ ਹਾਂ ਤੁਹਾਨੂੰ ਉੱਥੇ ਹੀ। ਤੋਂ ਸ਼ੁਰੂਆਤ ਕੀਤੀ ਸੀ ਪਹਿਲਾ ਅਧਿਆਇ 10 ਆਇਤ ਤੋਂ। ਹਾਂ ਹਾਂ। ਕਿਹਾ ਹੈ ਕਿ ਉਹ ਜਗਤ ਸੀ ਅਤੇ ਉਸ ਸਿਰਫ ਛੋਟਾ ਅੱਧਾ ਬੋਲਣਾ। ਉਹ ਪ੍ਰਭੂ ਯਿਸੂ ਮਸੀਹ ਜਗਤ ਵਿੱਚ ਸਨ, ਹੈਨਾ। ਉਹਨਾਂ ਜਗਤ ਬਣਾਇਆ ਪਰ ਜਗਤ ਨੇ ਉਹਨਾਂ ਨੂੰ ਨਹੀਂ ਪਛਾਣਿਆ। ਤੇ ਅਸੀਂ ਆਪਣੇ ਸਿਰਜਣਹਾਰ ਨੂੰ ਨਹੀਂ ਪਛਾਣਦੇ, ਅਸੀਂ ਆਪਣੇ ਕ੍ਰੀਏਟਰ ਨੂੰ ਨਹੀਂ ਪਛਾਣਦੇ। ਤੁਸੀਂ ਵੀ ਸਾਰੇ ਜਾਣਦੇ ਹੀ ਹੋਵੋਗੇ ਕਿੰਨੇ ਸਾਰੇ ਲੋਕ ਉਹ
ਕੰਮ ਨਹੀਂ ਜਾਂਦੇ ਨੇ, ਖਾਣਾ ਖਾਂਦੇ ਨੇ, ਸੌਂਦੇ ਨੇ, ਕੰਮ ਤੇ ਜਾਂਦੇ ਨੇ, ਉਹਨਾਂ ਨੂੰ ਕ੍ਰੀਏਟਰ ਬਾਰੇ ਕੁਝ ਪਤਾ ਹੀ ਨਹੀਂ। ਤੇ ਸਾਡੇ ਸਾਇੰਸ ਦੀਆਂ ਬੁੱਕਸ ਦੇ ਵਿੱਚ ਕੁਝ ਹੋਰ ਲਿਖਿਆ ਹੈ ਨਾ, ਬੱਚਿਆਂ ਨੂੰ ਜੋ ਸਿਖਾਉਂਦੇ ਨੇ। ਤਾਂ ਸਾਡੇ ਇਹ ਪਹਿਲਾ ਵਰਸ ਤੇ ਉਸਤਤ ਦੀ ਬੁੱਕ ਦੇ ਵਿੱਚ ਪਹਿਲਾ ਵਰਸ ਤੇ ਪਹਿਲੀ ਕਿਤਾਬ ਦੇ ਵਿੱਚ ਇਹ ਲਿਖਿਆ ਹੈ, ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ। ਸਭ ਤੋਂ ਪਹਿਲੇ ਪਰਮੇਸ਼ਵਰ ਨੇ ਆਕਾਸ਼, ਇਹ ਸਾਰਾ ਸਾਫ਼ ਲਿਖਿਆ ਹੋਇਆ ਹੈ ਕਿ ਆਦਿ ਵਿੱਚ ਪ੍ਰਭੂ ਜੀ ਨੇ, ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ। ਪਰ ਸਾਇੰਸ ਕੀ ਬੋਲਦੀ ਹੈ, ਅਸੀਂ ਤਾਂ ਮੰਕੀ ਬੰਦਰਾਂ ਤੋਂ ਬਣੇ ਆ, ਅਸੀਂ ਏਪਸ ਤੋਂ ਬਣੇ ਆ। ਸਾਡੇ ਛੋਟੇ ਛੋਟੇ ਬੱਚਿਆਂ ਨੂੰ ਉਹ ਖਰਾਬ ਕਰਦੇ ਆ ਕੀ ਪੜਾ ਕੇ, ਜਦ ਬਾਈਬਲ ਦੇ ਵਿੱਚ ਸਾਫ਼ ਸਾਰੀਆਂ ਗੱਲਾਂ ਲਿਖੀਆਂ। ਤੇ 11ਵੇਂ ਵਰਸ ਵਿੱਚ ਇਹ ਬੋਲਦਾ ਹੈ, ਅਗਲਾ ਵਰਸ, ਉਹ ਆਪਣੇ ਘਰ ਆਇਆ, ਆਪਣੇ ਘਰ ਆਪਣੇ ਲੋਕਾਂ ਕੋਲ ਆਇਆ, ਆਪਣਿਆਂ ਕੋਲ ਆਇਆ, ਪਰ ਉਹਨਾਂ ਨੇ ਉਹਨਾਂ ਨੂੰ ਕਬੂਲ ਨਾ ਕੀਤਾ। ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ, ਪੁੱਤਰ ਤੇ ਧੀਆਂ ਹੋਣ ਦਾ ਹੱਕ ਦਿੱਤਾ। ਤਾਂ ਤੁਸੀਂ ਜਦੋਂ ਤੁਸੀਂ ਪੁੱਤਰ ਤੇ ਧੀਆਂ ਬਣ ਜਾਂਦੇ ਹੋ ਤੇ ਤੁਹਾਨੂੰ ਕੀ ਮਿਲਦਾ? ਤੁਹਾਨੂੰ ਦਲੇਰੀ ਮਿਲਦੀ ਹੈ, ਤੁਹਾਨੂੰ ਤਾਕਤ ਮਿਲਦੀ ਹੈ, ਤੁਹਾਨੂੰ ਅਧਿਕਾਰ ਮਿਲਦਾ ਹੈ ਨਾ। ਇਹ ਤਿੰਨ ਚੀਜ਼ਾਂ ਮਿਲਦੀਆਂ ਤੁਹਾਨੂੰ। ਅਧਿਕਾਰ ਮਿਲਦਾ ਹੈ, ਤੁਹਾਨੂੰ ਤਾਕਤ ਮਿਲਦੀ ਹੈ, ਤੁਹਾਨੂੰ ਦਲੇਰੀ ਮਿਲਦੀ ਹੈ। ਦਲੇਰੀ ਕਿਸ ਤਰ੍ਹਾਂ ਮਿਲਦੀ ਹੈ? ਜਿਸ ਤਰ੍ਹਾਂ ਮੈਂ ਇੰਡੀਆ ਜਦੋਂ ਗਈ ਤੇ ਮੇਰੀ ਸਾਰੀ ਫੈਮਿਲੀ ਸਿੱਖ ਪਰਿਵਾਰ ਸੀ। ਮੈਂ ਬੜੀ ਦਲੇਰੀ ਨਾਲ ਉਹਨਾਂ ਨੂੰ ਕਿਹਾ ਕਿ ਹਾਂ ਮੈਂ ਯਿਸੂ ਮਸੀਹ, ਮੈਂ ਤੇ ਹੁਣ ਚਰਚ ਜਾਂਦੀ ਆ, ਮੈਂ ਤੇ ਯਿਸੂ ਮਸੀਹ। ਪਹਿਲੇ ਸ਼ੁਰੂ ਵਿੱਚ ਬਹੁਤ ਡਰ ਲੱਗਦਾ ਹੈ ਨਾ, ਕਿਸ ਤਰ੍ਹਾਂ ਅਸੀਂ ਗੱਲ ਕਰੀਏ ਆਪਣੀ ਫੈਮਿਲੀ ਨੂੰ ਕਿ ਅਸੀਂ ਯਿਸੂ ਮਸੀਹ ਨੂੰ, ਤੇ ਇਹ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹੈ ਸ਼ੁਰੂ ਵਿੱਚ। ਲੇਕਿਨ ਜਦੋਂ ਤੁਸੀਂ ਯਿਸੂ ਮਸੀਹ ਦੇ ਬੱਚੇ ਹੋ ਜਾਂਦੇ ਹੋ ਤੇ ਤੁਹਾਨੂੰ ਦਲੇਰੀ ਮਿਲਦੀ ਹੈ, ਤੁਸੀਂ ਸਟਰੋਂਗ ਹੋ ਜਾਂਦੇ ਹੋ, ਤੁਹਾਨੂੰ ਤਾਕਤ ਮਿਲਦੀ ਹੈ, ਤੁਹਾਨੂੰ ਅਧਿਕਾਰ ਮਿਲਦਾ ਹੈ। ਅਧਿਕਾਰ ਕਿਸ ਤਰ੍ਹਾਂ? ਜਿਸ ਤਰ੍ਹਾਂ ਤੁਹਾਨੂੰ 5 ਚੀਜ਼ਾਂ ਮੈਂ ਦੱਸੀਆਂ, ਤੁਹਾਨੂੰ ਤੁਸੀਂ ਕਿਸੇ ਦੇ ਉੱਤੇ ਹੱਥ ਰੱਖੋਗੇ ਤੇ ਤੁਸੀਂ ਕੁਝ ਵੀ ਮੰਗੋ। ਜਿਸ ਤਰ੍ਹਾਂ ਤੁਸੀਂ ਆਪਣੇ ਧਰਤੀ ਦੇ ਫਾਦਰ ਦੇ ਉੱਤੇ ਮੰਗਦੇ ਹੋ, ਤੁਸੀਂ ਕਹਿੰਦੇ ਹੋ ਮੇਰੇ ਫਾਦਰ ਦੀ ਕਾਰ ਹੈ ਤੇ ਮੈਂ ਕਾਰ ਉਹ ਚਲਾ ਸਕਦਾ ਹਾਂ, ਤੁਹਾਡਾ ਅਧਿਕਾਰ ਹੈ ਉਹਨਾਂ ਤੇ। ਉਸੇ ਤਰ੍ਹਾਂ ਹੀ ਤੁਹਾਡੇ ਸਵਰਗ ਵਾਲੇ ਫਾਦਰ ਦੇ ਉੱਤੇ ਵੀ ਸਾਡਾ ਅਧਿਕਾਰ ਹੈ ਨਾ। ਤੁਸੀਂ ਇਸ ਨੂੰ ਜਦੋਂ ਡੀਪ ਵਿੱਚ ਸੋਚੋਗੇ then you will know। ਹੁਣ ਅਧਿਕਾਰ ਕਿਸ ਤਰ੍ਹਾਂ ਮਿਲਦਾ ਹੈ? ਹੁਣ ਛੋਟਾ ਜਿਹਾ ਮੈਂ ਐਗਜ਼ਾਮਪਲ ਦੱਸਦੀ ਹਾਂ ਮੇਰੀ ਆਪਣੀ ਜ਼ਿੰਦਗੀ ਦਾ। ਸੋ ਤੁਹਾਨੂੰ ਉਸ ਤੋਂ ਇੱਕ ਮੇਰੇ ਘਰ ਦੇ ਨੈਕਸਟ ਡੋਰ ਨੇਬਰ ਦੇ ਇੱਕ ਉਹਦਾ ਬੰਦੇ ਦਾ ਵਿਆਹ ਹੋਇਆ ਤੇ ਉਹਦੀ ਟੀਵੀ ਆਈ ਤੇ ਉਹ ਤਾਂ ਇੰਨਾ ਸਮੋਕ ਕਰਦੀ ਸੀ, ਬਹੁਤ ਜ਼ਿਆਦਾ ਸਿਗਰਟ ਪੀਂਦੀ ਸੀ ਤੇ ਮੈਂ ਪਿਛਲਾ ਡੋਰ ਖੋਲ ਨਹੀਂ ਸਕਦੀ ਸੀ, ਬਹੁਤ ਜ਼ਿਆਦਾ ਸਿਗਰਟ ਦੀ ਸਮੈਲ ਆਉਂਦੀ ਸੀ। ਤੇ ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਮਸੀਹ ਚ ਹੁੰਦੇ ਹਾਂ? ਅਸੀਂ ਪ੍ਰੇ ਕਰਦੇ ਹਾਂ ਲਾਰਡ ਕਿ ਉਹਦਾ ਸਿਗਰਟ ਬੰਦ ਕਰ ਦਿਓ, ਉਹਦੇ ਤੇ ਦਇਆ ਕਰੋ, ਉਹਦੇ ਸਾਰੇ I bind the spirits and cast them out in Jesus name। ਮੈਂ ਪ੍ਰੇ ਕਰਦੀ 6 ਮਹੀਨੇ ਪ੍ਰੇ ਕਰਦੀ ਰਹੀ। ਉਹਨੇ ਸਿਗਰਟ ਦੀ, ਫਿਰ ਮੈਂ ਦਰਵਾਜ਼ਾ ਖੋਲ ਨਹੀਂ ਸਕੀ ਪਿਛਲਾ ਵਾਲਾ, ਕਿਉਂਕਿ ਸਾਰੀ ਬਹੁਤ ਜ਼ਿਆਦਾ ਹੀ ਸਮੋਕ ਕਰਦੀ ਸੀ ਉਹ, ਔਰ ਉਹਦੀ ਦੀਵਾਰ ਬਹੁਤ ਹੀ ਜ਼ਿਆਦਾ ਮੇਰੇ ਘਰ ਦੀ ਤਰਫ ਆ ਕੇ ਕਰਦੀ ਸੀ। ਤਾਂ ਮੈਂ ਫਿਰ ਪਰਮੇਸ਼ਵਰ ਨੂੰ ਇਹ ਅਧਿਕਾਰ ਹੈ ਸਾਡਾ, ਸਾਡੇ ਫਾਦਰ ਦੇ ਉੱਤੇ। ਤੇ ਮੈਂ ਪ੍ਰੇ ਕੀਤਾ ਕਿ ਤੁਸੀਂ ਅਗਰ ਪਰਮੇਸ਼ਵਰ ਪਿਤਾ ਇਹਨੂੰ ਕਿੱਥੇ ਦੂਰ ਮੂਵ ਕਰ ਦੋ, ਇੰਨੀ ਦੂਰ ਕਿ ਮੈਨੂੰ ਇਹਦੀ ਸੁਗੰਧ ਨਾ ਆਵੇ ਇਹ ਜੋ ਇਹ ਪੀਂਦੀ ਹੈ। ਤਾਂ ਫਿਰ ਥੋੜੇ ਦਿਨਾਂ ਵਿੱਚ ਹੀ ਮੈਂ ਦੇਖਿਆ ਕਿ ਉਹਨਾਂ ਦੀ ਘਰ ਜਿਹੜਾ ਸੇਲ ਤੇ ਲੱਗ ਗਿਆ। ਉਹ ਲੋਕ ਹੁਣ ਦੂਸਰੀ ਜਗ੍ਹਾ ਮੂਵ ਹੋ ਰਹੇ, ਅਜੇ ਨਹੀਂ ਹੋਏ, ਅਗਲੇ ਇਸ ਸਾਲ ਮੂਵ ਹੋਣਾ ਹੈ 2022 ਵਿੱਚ। ਤਾਂ ਮੈਂ ਫਿਰ ਉਹਨਾਂ ਨਾਲ ਗੱਲ ਕੀਤੀ। ਸੋ ਐਸਾ ਤੁਹਾਨੂੰ ਅਧਿਕਾਰ ਹੈ, ਤੁਹਾਨੂੰ ਬਹੁਤ, ਤੁਸੀਂ ਸੋਚੋ ਕਿ ਹੁਣ ਤੁਸੀਂ ਜਦੋਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਂਦੇ ਹੋ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ, ਲੇਕਿਨ ਤੁਸੀਂ ਲੋਕ ਸਮਝ ਨਹੀਂ ਸਕਦੇ। ਤੁਸੀਂ ਚਰਚ ਆਓ ਤੇ ਕਮਲਦੀਪ, ਤੁਸੀਂ ਇੰਨੇ ਬਲੈਸਡ ਹੋ ਕਿ ਪਾਸਟਰ ਕਮਲਦੀਪ ਜੀ, ਤੁਹਾਡਾ ਕਿੰਨਾ ਜ਼ਿਆਦਾ ਗਿਆਨ ਹੈ ਉਹਨਾਂ ਵਿੱਚ। ਉਹਨਾਂ ਨੇ ਕਿੰਨਾ
ਇੰਨੀ ਛੋਟੀ ਏਜ ਦੇ ਵਿੱਚ ਉਹਨਾਂ ਨੇ ਇੱਥੇ ਪਹੁੰਚ ਗਏ ਨੇ ਤੇ ਤੁਸੀਂ ਬਸ ਉਹਨਾਂ ਨੂੰ ਪੁੱਟ ਕੇ ਫੜ ਕੇ ਰੱਖੋ ਕਿ ਵੀ ਸਾਨੂੰ ਇਸ ਦਾ ਮਤਲਬ ਦੱਸੋ, ਸਾਨੂੰ ਇਸ ਦਾ ਮਤਲਬ ਦੱਸੋ। ਮਤਲਬ ਤੁਸੀਂ ਜਿਹੜੀ ਜਿੰਨੀਆਂ ਵੀ ਕਲਾਸਾਂ ਹੋਣ ਤੁਸੀਂ ਕਦੇ ਵੀ ਮਿਸ ਨਾ ਕਰੋ। ਤੇ ਮੈਂ ਸੇਮ ਚੀਜ਼ਾਂ ਗੋਰੀਆਂ ਨੂੰ ਪੜ੍ਹਾਉਂਦੀ ਹਾਂ ਇੱਥੇ, ਮੈਂ ਚਰਚ ਵਿੱਚ ਇੰਗਲਿਸ਼ ਵਿੱਚ ਪ੍ਰੀਚ ਕਰਦੀ ਹਾਂ, ਮੈਂ ਹੁਣ ਪੰਜਾਬੀ ਚ ਕੋਸ਼ਿਸ਼, ਇਹ ਮੇਰੀ ਪਹਿਲੀ ਪ੍ਰੀਚਿੰਗ ਹੈ, ਹੋ ਸਕਦਾ ਹੈ ਤੁਹਾਨੂੰ ਸਮਝ ਆ ਰਹੀ ਹੋਵੇ, ਮੈਂ ਠੀਕ ਬੋਲ ਰਹੀ ਹੋਵਾਂ। ਥੈਂਕ ਯੂ ਥੈਂਕ ਯੂ ਥੈਂਕ ਯੂ। ਯਾ ਤੇ ਮੈਂ ਜਦੋਂ ਗੋਰੀਆਂ ਨਾਲ ਮੈਂ ਗੱਲ ਕਰਦੀ ਹਾਂ ਤੇ ਉਹ ਮੈਂ ਸਾਨੂੰ ਕਹਿੰਦੇ ਸਾਡੇ ਕੋਲ ਟਾਈਮ ਜ਼ਿਆਦਾ ਨਹੀਂ ਹੈਗਾ, ਤੁਸੀਂ ਸਾਨੂੰ ਮੁੱਕ ਦੀ ਗੱਲ ਦੱਸ ਦਿਓ, ਹਨਾ, ਸਾਨੂੰ ਦੱਸੋ ਕਰਨਾ ਕੀ ਹੈ ਨਾ। ਜੀਸਸ ਨੂੰ ਸਾਰੇ ਜਾਣਦੇ ਆ, ਗੋਰੇ ਇੱਥੇ ਹੋ ਕੇ ਵੀ ਉਹਨਾਂ ਦੇ ਇੰਨੇ ਚਰਚਿਸ, ਅੱਛੇ ਚਰਚਿਸ ਹੋ ਕੇ ਵੀ ਉਹਨਾਂ ਨੇ, ਅੱਛਾ ਮੈਂ ਮੁੱਕ ਦੀ ਗੱਲ ਉਹ ਪੁੱਛਦੇ, ਮੈਂ ਕਿਹਾ ਤੁਸੀਂ ਇਸ ਤਰ੍ਹਾਂ ਚਰਚ ਜਾਇਆ ਕਰੋ, ਹਨਾ, ਤੇ ਤੁਸੀਂ ਬਾਈਬਲ ਨੂੰ ਅੱਛਾ ਜਦੋਂ ਤੁਸੀਂ ਚਰਚ ਜਾਂਦੇ ਹੋ ਤੁਸੀਂ ਪਵਿੱਤਰ ਬਾਣੀ ਸੁਣਦੇ ਹੋ, ਜਦੋਂ ਤੁਸੀਂ, ਅੱਛਾ ਇਹਦੇ ਉੱਤੇ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਬਹੁਤ ਇੰਪੋਰਟੈਂਟ ਗੱਲ ਹੈ। ਹੁਣੇ ਹੋਇਆ ਇਹ ਅਮਰੀਕਾ ਦੇ ਵਿੱਚ ਹੂਸਟਨ ਸ਼ਹਿਰ ਵਿੱਚ ਨਵੰਬਰ 5 ਨੂੰ, ਤੁਸੀਂ ਬੱਚੇ ਜਿਹੜੇ ਜਵਾਨ ਬੱਚੇ ਹੈਗੇ ਨੇ ਉਹ ਗੂਗਲ ਕਰਕੇ ਦੇਖ ਸਕਦੇ ਆ, ਨਿਊਜ਼ ਹੈ ਕਿ ਦੇਖੋ, ਅੱਛਾ ਲੈਟ ਮੀ ਸਟਾਰਟ ਫਰੋਮ ਹੇਅਰ, ਇਹ ਪ੍ਰਪੇਅਰ ਨਹੀਂ ਸੀ, ਮੈਂ ਨਹੀਂ ਦੱਸਣਾ ਚਾਹੁੰਦੀ ਸੀ, ਇਹ ਪ੍ਰਭੂ ਨੇ ਮੇਰੇ ਦਿਲ ਵਿੱਚ ਪਾਇਆ ਕਿ ਮੈਂ ਤੁਹਾਨੂੰ ਇਹ ਦੱਸਾਂ। ਜਦੋਂ ਮੈਂ ਇੰਡੀਅਨ ਕਿਸੇ ਫੈਮਿਲੀ ਕਿਸੇ ਦੇ ਘਰ ਜਾਂਦੀ ਹਾਂ, ਉੱਥੇ ਮੈਂ ਦੇਖਦੀ ਹਾਂ ਬੱਚੇ ਉਹ ਫਿਲਮਾਂ ਦੇ ਸੌਂਗਸ ਲਗਾ ਕੇ ਤੇ ਉਹ ਪਿਕਚਰ ਦੀਆਂ ਜਾਂ ਕੋਈ ਸੀਰੀਅਲ ਚੱਲ ਰਿਹਾ ਹੁੰਦਾ ਉਹਨਾਂ ਦੇ ਘਰਾਂ ਦੇ ਵਿੱਚ, ਤੇ ਉਹ ਹਰ ਜਿਹੜੀ ਵੀ ਤੁਸੀਂ ਸੌਂਗ ਸੁਣਦੇ ਹੋ, ਮਿਊਜ਼ਿਕ ਸੁਣਦੇ ਹੋ, ਉਹਦੇ ਪਿੱਛੇ ਸਪਿਰਿਟ ਹੁੰਦੀ ਹੈ, ਪਤਾ। ਤੇ ਉਹ ਅਸੀਂ ਜਦੋਂ ਵਰਸ਼ਿਪ ਕਰਦੇ ਹਾਂ ਉਹਦੇ ਪਿੱਛੇ ਵੀ ਸਪਿਰਿਟ ਹੁੰਦੀ ਹੈ, ਤੇ ਪ੍ਰਭੂ ਯਿਸੂ ਮਸੀਹ ਦੀ ਸਪਿਰਿਟ ਹੁੰਦੀ ਹੈ। ਤੇ ਉਹ ਹੂਸਟਨ ਦੇ ਵਿੱਚ ਉਹ ਸਿਰਫ ਕਨਸਰਟ ਸੀ, ਮਿਊਜ਼ਿਕ ਕਨਸਰਟ, ਸਿਰਫ ਗਾਣਿਆਂ ਦਾ ਕਨਸਰਟ ਸੀ, ਨਥਿੰਗ ਐਲਸ। ਕੋਈ ਉੱਥੇ ਗੋਲੀ ਨਹੀਂ ਚੱਲੀ, ਉੱਥੇ ਕੋਈ ਛੁਰੀਆਂ ਨਹੀਂ ਚੱਲੀਆਂ, ਉੱਥੇ 10 ਬੰਦੇ ਉਹ ਮਿਊਜ਼ਿਕ ਨੂੰ ਸੁਣ ਕੇ ਮਰ ਗਏ। ਕਦੀ ਸੋਚ ਸਕਦੇ ਹੋ? ਇਹ ਤੁਸੀਂ ਗੂਗਲ ਕਰ ਸਕਦੇ ਹੋ, ਮੈਂ ਸਟੋਰੀ ਨਹੀਂ ਬਣਾ ਰਹੀ, ਤੇ ਤੁਸੀਂ ਦੇਖ ਸਕਦੇ ਹੋ। ਕਿਉਂ ਤੁਸੀਂ ਕਹੋਗੇ ਹਾਂ ਕੋਈ 올ਡਰ ਨਹੀਂ, 14 ਸਾਲ ਤੋਂ 23 ਸਾਲ ਦੇ ਬੱਚੇ, ਉਹਨਾਂ ਦੀ 10 ਬੰਦਿਆਂ ਦੀ ਡੈਥ ਹੋਈ, ਇੱਕ 9 ਦੀ ਡੈਥ ਉੱਥੇ ਹੀ ਹੋਈ ਹੈ, ਮਿੱਧੇ ਗਏ। ਅੱਛਾ ਤੁਸੀਂ ਸੋਚੋ, ਕੋਈ ਬੰਦਾ ਤੁਹਾਨੂੰ ਮਿੱਧ ਦੇ ਤੇ ਕੋਈ ਮਰਦਾ ਨਹੀਂ, ਯੂ نو ਉੱਥੇ 10ਵਾਂ ਬੰਦਾ ਜਾ ਕੇ ਉੱਥੇ ਹਸਪੀਟਲ ਚ ਮਰਿਆ ਬੱਚਾ। ਸੋ ਮੈਂ ਇਹ ਕਹਿ ਰਹੀ ਹਾਂ ਕਿ ਹਰ ਚੀਜ਼ ਜੋ ਤੁਸੀਂ ਸੁਣਦੇ ਹੋ ਉਹਦੇ ਪਿੱਛੇ ਸਪਿਰਿਟ ਹੁੰਦੀ ਹੈ, ਤੇ ਤੁਸੀਂ ਜਦੋਂ ਚਰਚ ਆਉਂਦੇ ਹੋ ਹਰ ਹਫਤੇ ਤੁਸੀਂ ਅੱਛੀਆਂ ਗੱਲਾਂ ਸੁਣਦੇ ਹੋ, ਪ੍ਰਭੂ ਯਿਸੂ ਮਸੀਹ ਦੀ ਆਤਮਾ ਦੀਆਂ ਪਵਿੱਤਰ ਚੀਜ਼ਾਂ ਸੁਣਦੇ ਹੋ, ਉਹਦੇ ਨਾਲ ਤੁਹਾਡੇ ਵਿੱਚ ਗਰੋਥ ਆਉਂਦੀ ਹੈ, ਸਪਿਰਿਚੁਅਲ ਗਰੋਥ। ਫਿਜ਼ੀਕਲੀ ਤੇ ਫਿਜ਼ੀਕਲ ਤੁਸੀਂ 올ਡ ਹੋ ਰਹੇ ਹੋ, ਤੇ ਸਪਿਰਿਚੁਅਲੀ ਤੁਸੀਂ ਯੰਗ ਹੋ ਰਹੇ ਹੋ, ਹੈ ਨਾ। ਫਿਰ ਮੈਂ ਗੋਰਿਆਂ ਨੂੰ ਕਹਿੰਦੀ ਹਾਂ ਕਿ ਤੁਸੀਂ ਬਾਈਬਲ ਰੀਡ ਕਰੋ, ਜਿੰਨਾ ਵੀ ਤੁਸੀਂ ਰੀਡ ਕਰ ਸਕਦੇ ਹੋ। ਫਿਰ ਤੁਸੀਂ ਪ੍ਰੇ ਕਰੋ, ਪ੍ਰੇ ਕਰਨਾ ਕਿ ਨਵੀਆਂ ਬੋਲੀਆਂ ਦੇ ਵਿੱਚ ਪ੍ਰੇ ਕਰੋ, ਤੁਸੀਂ ਸਾਰੇ ਕਰਦੇ ਹੀ ਹੋਵੋਗੇ। ਅਗਰ ਕਿਸੇ ਨੂੰ ਹੋਲੀ ਸਪਿਰਿਟ ਚਾਹੀਦੀ ਹੈ ਅੱਜ ਤੇ ਮੈਂ ਪ੍ਰੇ ਕਰਾਂਗੀ, ਨਹੀਂ ਤੇ ਤੁਸੀਂ, ਤੁਹਾਨੂੰ ਪਤਾ ਹੈ ਨਵੀਆਂ ਬੋਲੀਆਂ ਚ ਕਿਸ ਤਰ੍ਹਾਂ ਪ੍ਰੇ ਕਰਦੇ ਆ, ਸਾਰੇ ਤੁਸੀਂ ਕਰਦੇ ਹੋ ਗੈਰ ਭਾਸ਼ਾ ਚ। ਹਾਂ, ਗੈਰ ਭਾਸ਼ਾ ਵਿੱਚ। ਅਗਰ ਤੁਹਾਨੂੰ ਨਹੀਂ ਆਉਂਦੀ ਤੁਸੀਂ ਪਾਸਟਰ ਜੀ ਨੂੰ ਬੋਲੋ ਕਿ ਸਾਨੂੰ ਸਿਖਾਓ, ਜਾਂ ਮੈਂ ਅੱਜ ਪ੍ਰੇ ਕਰਾਂਗੀ, ਲੈਟਸ ਸੀ ਕਿ ਤੁਸੀਂ ਰੈਡੀ ਹੋ ਤੇ ਚੌਥੀ ਚੀਜ਼ ਇਹ ਹੈ ਕਿ ਤੁਸੀਂ ਆਪਣਾ ਜਿਵੇਂ ਇਨਕਮ ਹੁੰਦੀ ਹੈ ਉਹਦਾ ਦਸਵਾਂਤ ਕੱਢੋ। ਮੈਨੂੰ ਪਹਿਲੇ ਇਹ ਗੱਲ ਅੱਛੀ ਨਹੀਂ ਲੱਗਦੀ ਸੀ, ਮੈਂ ਕਿਹਾ ਆਪਣੇ ਯੂ نو ਇਹ ਬਹੁਤ ਹੀ, ਇਹ ਸੀਡ ਹੈ, ਤੁਸੀਂ 10% ਜਦੋਂ ਕੱਢ ਦਿੰਦੇ ਹੋ ਆਪਣੀ ਕਮਾਈ ਦਾ, ਤੇ 90% ਜਿਹੜਾ ਪੈਸਾ ਹੁੰਦਾ ਤੁਹਾਡਾ ਆਪਣਾ ਹੁੰਦਾ। ਤੁਹਾਨੂੰ he rebuked the devourer for your sake, oh God, ਪ੍ਰਭੂ ਪਰਮੇਸ਼ਰ ਉਹ 90% ਨੂੰ ਤੁਸੀਂ ਯੂਜ਼ ਕਰਦੇ ਹੋ। ਨਹੀਂ ਤਾਂ ਕੀ ਹੋਏਗਾ, ਅਗਰ ਤੁਸੀਂ ਸਾਰਾ ਦਾ ਸਾਰਾ ਰੱਖ ਲਿਆ ਤਾਂ ਤੁਹਾਨੂੰ ਤੁਹਾਡੀ ਕੋਈ ਕਾਰ ਖਰਾਬ ਹੋ ਗਈ, ਤੁਹਾਡੇ ਕੋਈ ਲੀਕ ਹੋ ਗਿਆ, ਘਰ ਵਿੱਚ ਡੰਗਰ ਮਰ ਗਿਆ ਜਾਂ ਕੁਝ ਹੋਇਆ, ਯੂ نو, ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡੇ, ਔਰ ਜਿਹੜੇ ਤੁਸੀਂ 10% ਤੁਸੀਂ ਚਰਚ ਵਿੱਚ ਪਾਉਂਦੇ ਹੋ
ਉਹ ਗਰੋ ਹੁੰਦਾ ਹੈ, ਉਹ ਸੀਡ ਹੈ, ਸੀਡ ਸਮਝਦੇ ਹੋ ਨਾ, ਬੀਜ ਹੈ, ਉਹ 10% ਤੋਂ ਤੁਹਾਡਾ ਬਹੁਤ ਜ਼ਿਆਦਾ ਗਰੋਥ ਹੁੰਦੀ ਹੈ। ਸੋ ਮੈਂ ਇਹ ਚੀਜ਼ਾਂ ਗੋਰਿਆਂ ਨੂੰ ਸਿਖਾਉਂਦੀ ਹਾਂ ਇੱਥੇ। ਤੇ ਹੁਣ ਮੈਨੂੰ ਇਹ ਦੱਸੋ, ਤੁਸੀਂ ਵਿਸ਼ਵਾਸ ਕਰਦੇ ਹੋ ਯਿਸੂ ਮਸੀਹ ਵਿੱਚ? ਸਾਰੇ ਤੁਸੀਂ ਵਿਸ਼ਵਾਸ ਕਰਦੇ ਹੋ? Oh, praise God, I'm so happy. ਤਾਂ ਜਿਹੜੇ ਲੋਕਾਂ ਨੂੰ ਜਿਹੜੇ ਲੋਕੀ ਨਹੀਂ ਜਾਣਦੇ ਪ੍ਰਭੂ ਮਸੀਹ ਨੂੰ, ਅੱਜ ਪਹਿਲੀ ਵਾਰੀ ਆਏ ਆ ਜਾਂ ਅਜੇ ਡਿਸਾਈਡ ਕਰ ਰਹੇ ਨੇ ਉਹਨਾਂ ਨੇ ਪ੍ਰਭੂ ਮਸੀਹ ਨੂੰ ਗ੍ਰਹਿਣ ਕਰਨਾ ਹੈ, ਤੇ ਅੱਜ ਅਸੀਂ ਪ੍ਰੇ ਕਰਾਂਗੇ, ਓਕੇ? ਤੇ ਪਾਪਾਂ ਦੀ ਮਾਫੀ ਮੰਗਾਂਗੇ ਯਿਸੂ ਮਸੀਹ ਤੋਂ, ਕਿਸੇ ਹੋਰ ਤੋਂ ਨਹੀਂ। ਤੇ ਤੁਸੀਂ ਪਵਿੱਤਰ ਹੋ ਜਾਓਗੇ, ਤੁਹਾਡੇ ਸਾਰੇ ਪਿਛਲੇ ਜਿੰਨੇ ਵੀ ਪਾਪ ਨੇ ਉਹ ਸਾਰੇ ਤੁਹਾਡੇ ਧੁਲ ਜਾਣਗੇ। ਤੁਸੀਂ ਸਿਰਫ ਵਿਸ਼ਵਾਸ ਕਰਨਾ ਤੇ ਸਿਰਫ ਬੋਲਣਾ ਕਿ ਮੈਂ ਅਗਰ ਤੁਸੀਂ ਰੈਡੀ ਹੋ ਨਹੀਂ ਵੀ ਤਾਂ ਵੀ ਅਸੀਂ ਪ੍ਰੇ ਕਰਾਂਗੇ। ਜਿਹੜਾ ਵੀ ਕਈ ਲੋਕੀ ਸ਼ਰਮਾਉਂਦੇ ਆ, ਤੁਸੀਂ ਅੱਗੇ ਨਹੀਂ ਆਉਂਦੇ, ਤਾਂ ਅਸੀਂ ਇਸ ਤਰ੍ਹਾਂ ਬੋਲਾਂਗੇ। ਤਾਂ let's say that ਅਸੀਂ ਬੋਲਦੇ ਨੇ ਸਭ ਖੜੇ ਹੋ ਜਾਓ, ਸਭ ਖੜੇ ਹੋ ਜਾਓ। ਯਾ ਆਪਣੇ ਹੱਥਾਂ ਨੂੰ ਪਰਮੇਸ਼ਰ ਦੀ ओर ਉਠਾਈਏ, ਉੱਪਰ ਨੂੰ, ਆਕਾਸ਼ ਵੱਲ ਨੂੰ। ਆਕਾਸ਼ ਵੱਲ ਨੂੰ। ਪ੍ਰਭੂ ਦੀ ਦਾਸੀ ਪ੍ਰਾਰਥਨਾ ਕਰਨਗੇ। ਹਾਂਜੀ, ਤੇ ਤੁਸੀਂ ਬੋਲੋ ਕਿ ਮੈਂ ਆਪਣੇ ਪਾਪਾਂ ਦੀ ਮਾਫੀ ਮੰਗਦੀ ਹਾਂ। ਪ੍ਰਭੂ ਜੀ ਮੈਨੂੰ ਮਾਫ ਕਰੋ। ਮੈਂ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰਦੀ ਹਾਂ ਜਾਂ ਕਰਦਾ ਵਾਂ। ਆਪਣੇ ਦਿਲ ਨਾਲ ਮੰਨਦੀ ਜਾਂ ਮੰਨਦਾ ਹਾਂ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ। ਆਮੇਨ। ਮੈਂ ਇੱਕ ਪ੍ਰੇ ਕਰਦੀ ਹਾਂ ਪਵਿੱਤਰ ਆਤਮਾ ਵਾਸਤੇ, ਜਿਨ੍ਹਾਂ ਕੋਲ ਪਵਿੱਤਰ ਆਤਮਾ ਨਹੀਂ ਹੈ, ਜਿਹੜੇ ਨਿਊ ਟੰਗਸ ਵਿੱਚ ਨਹੀਂ ਬੋਲਦੇ, ਕਿ ਤੁਸੀਂ ਖੜੇ ਰਹੋ। ਪ੍ਰਭੂ ਜੀ ਇਹਨਾਂ ਨੂੰ ਜਿਹੜੇ ਰੈਡੀ ਨੇ ਉਹਨਾਂ ਨੂੰ ਮੈਂ ਉਹਨਾਂ ਵਾਸਤੇ ਪ੍ਰਾਰਥਨਾ ਕਰਦੀ ਹਾਂ, ਪਵਿੱਤਰ ਆਤਮਾ ਦੀ ਹਜ਼ੂਰੀ ਪ੍ਰਗਟ ਹੋਵੇ ਤੇ ਨਵੀਆਂ ਬੋਲੀਆਂ ਬੋਲਣ in the name of Jesus Christ। ਪ੍ਰਭੂ ਜੀ ਇਹਨਾਂ ਤੇ ਦਇਆ ਤੇ ਕਿਰਪਾ ਕਰੋ in the name of Jesus Christ I pray, amen, amen। सब धन्यवाद करिए परमेश्वर। धन्यवाद I praise you, I glorify you, Lord. You're the Lord of Lords, you're the King of Kings। परमेश्वर दी ओर उच्ची हालेलुया, हालेलुया, हालेलुया। We welcome you, Holy Spirit. 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 पवित्र आत्मा ਤੁਹਾਡਾ ਸਵਾਗਤ ਹੈ। Be with us, oh Lord, touch। पवित्र आत्मा छू लो परमेश्वर जी, छू लो, एक छू लो प्रभु जी, टच करो पवित्र आत्मा। ਇਹਨਾਂ ਦੇ ਦਿਲ ਦੇ ਵਿੱਚ ਆ ਜਾਓ, ਇਹਨਾਂ ਦੇ ਸਪਿਰਿਟ ਉਤੇ ਓਵਰਕਮ ਕਰੋ ਪਿਤਾ ਪਰਮੇਸ਼ਵਰ। ਹਾਲੇਲੂਇਆ, 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 ਹਾਲੇਲੂਇਆ। Thank you, Jesus. Thank you, Jesus. ਹੁਣ ਜਿਨ੍ਹਾਂ ਨੂੰ ਸਮੱਸਿਆ, ਕਿਸੇ ਤਰ੍ਹਾਂ ਦੀ ਵੀ ਸਮੱਸਿਆ ਹੈ, ਜਾਂ ਕੋਈ ਰੋਗੀ ਹੈ ਜਾਂ ਸ਼ਰਾਬ ਦਾ ਨਸ਼ਾ, ਕੋਈ ਵੀ ਚੀਜ਼ ਦਾ ਨਸ਼ਾ ਨੂੰ ਤੋੜਨਾ ਚਾਹੁੰਦਾ ਹੈ, ਜਾਂ ਘਰ ਵਿੱਚ ਪੈਸਿਆਂ ਦੀ ਜ਼ਰੂਰਤ ਹੈ, ਹੋਰ ਜੌਬ ਦੀ ਤਲਾਸ਼ ਹੈ, ਜਾਂ ਸੰਤਾਨ ਚਾਹੀਦਾ ਹੈ, ਜਾਂ ਲਾਈਫ ਪਾਰਟਨਰ ਦੀ ਤਲਾਸ਼ ਹੈ, ਜਾਂ ਨੌਜਵਾਨ ਬੱਚੇ ਜਿਹੜੇ ਕਹਿਣਾ ਨਹੀਂ ਮੰਨਦੇ, ਜਾਂ ਮਾਂ ਪਿਓ ਜਿਹੜੇ ਕਹਿਣਾ ਨਹੀਂ ਮੰਨਦੇ, ਜਾਂ ਸੱਸ ਸਹੁਰਾ ਜਿਹੜਾ ਉਹਨਾਂ ਨਾਲ ਪ੍ਰੋਬਲਮ ਹੈ, ਜਾਂ ਪੜੋਸੀਆਂ ਨਾਲ ਪ੍ਰੋਬਲਮ ਹੈ, ਤੇ ਘਰ ਦੇ ਪਸ਼ੂ ਜਾਂ ਡੰਗਰਾਂ ਨਾਲ ਕੋਈ ਪ੍ਰੋਬਲਮ ਹੈ, ਤਾਂ ਕੋਈ ਡਾਕਟਰ ਦੀ ਰਿਪੋਰਟ ਆਈ ਹੋਵੇ ਜਿਹੜੀ ਕਿ ਤੁਸੀਂ ਡਾਕਟਰ ਕਹਿੰਦਾ ਕਿ ਸਰਜਰੀ ਕਰਾਉਣੀ ਪਏਗੀ, ਕਿਸੇ ਨੂੰ ਅੱਖ ਦੀ, ਨੱਕ ਦੀ ਜਾਂ ਕੰਨਾਂ ਦੀ ਕੋਈ ਪ੍ਰੋਬਲਮ ਹੈ, ਮੈਂ ਉਹਨਾਂ ਵਾਸਤੇ
ਪ੍ਰੇ ਕਰਦੀ ਹਾਂ ਤੇ ਯਿਸੂ ਮਸੀਹ ਕਹਿੰਦੇ ਆ 2 ਜਾਂ more 2 or more pray together ਤੁਸੀਂ ਜਦੋਂ ਇਕੱਠੇ ਹੁੰਦੇ ਹੋ ਮੇਰੇ ਨਾਮ ਵਿੱਚ ਮੈਂ ਤੁਹਾਡੇ ਕੋਲ ਹੁੰਨਾ ਵਾਂ ਤੇ ਐਨੀਥਿੰਗ ਜਿਹੜਾ ਵੀ ਤੁਸੀਂ ਧਰਤੀ ਦੇ ਉੱਤੇ ਬਾਈਂਡ ਕਰਦੇ ਹੋ ਉਹ ਹੈਵਨ ਵਿੱਚ ਵੀ ਬਾਈਂਡ ਹੋਏਗਾ in the name of Jesus ਮੈਂ ਇਸ ਦੇ ਵਾਸਤੇ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੀ ਹਾਂ ਬਿਫੋਰ ਕਿ ਤੁਹਾਨੂੰ ਇਹ ਬਲੈਸਿੰਗ ਮਿਲਣ ਉਹ ਹੈਗਾ ਮਾਰਕ ਤੁਸੀਂ ਖੋਲ ਸਕਦੇ ਹੋ ਖੋਲ ਲਓ ਮਰਕਸ ਦੀ 11ਵਾਂ ਚੈਪਟਰ ਤੇ 22ਵੇਂ ਵਰਸ ਦੇ ਵਿੱਚ ਇਹ ਲਿਖਿਆ ਹੈ ਸੁਣੋ ਬੈਟਰ ਹੈ ਤੇ ਉੱਥੇ ਯਿਸੂ ਮਸੀਹ ਨੇ ਕਿਹਾ ਤੁਸੀਂ ਮੈਂ ਪੜ੍ਹ ਕੇ ਦੱਸਦੀ ਹਾਂ ਸੋ ਤੁਹਾਨੂੰ ਸਾਫ਼ ਪਤਾ ਲੱਗ ਜਾਏਗਾ ਕਿ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਸਮੁੰਦਰ ਵਿੱਚ ਜਾ ਪੈ ਤੇ ਆਪਣੇ ਮਨ ਵਿੱਚ ਭਰਮ ਨਾ ਕਰ ਪਰ ਪ੍ਰਤੀਤ ਕਰ ਕਿ ਜਿਹੜਾ ਗੱਲਾਂ ਮੈਂ ਕਰਦਾ ਹਾਂ ਉਹ ਹੁੰਦੀਆਂ ਹਨ ਤਾਂ ਉਹਦੇ ਲਈ ਹੋ ਜਾਵੇਗਾ ਤਾਂ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋਗੇ ਜੋ ਵੀ ਤੁਸੀਂ ਪ੍ਰਾਰਥਨਾ ਜੋ ਤੁਸੀਂ ਅੱਜ ਧਾਰ ਕੇ ਆਏ ਹੋ ਦਿਲੋਂ ਘਰੋਂ ਆਏ ਹੋ ਤੁਸੀਂ ਦਿਲ ਦੇ ਵਿੱਚ ਧਾਰ ਕੇ ਆਏ ਹੋ ਤੁਹਾਡੀਆਂ ਸਾਰੀਆਂ ਮੰਨਤਾਂ ਅੱਜ ਪੂਰੀਆਂ ਹੋ ਜਾਣਗੀਆਂ ਜਦ ਕਦੇ ਕੋਈ ਅੱਛਾ ਹੁਣ ਮੇਨ ਗੱਲ ਇਹ ਹੈ ਕਿ ਗੌਰ ਪਰਮੇਸ਼ਵਰ ਤੇ ਤੁਹਾਨੂੰ ਸਭ ਕੁਝ ਦਿੰਦਾ ਹੈ ਪਰਮੇਸ਼ਵਰ ਤੇ ਆਪਣਾ ਕੰਮ ਕਰਦਾ ਹੈ ਹੀ ਲਵਸ ਯੂ ਉਹ ਤੁਹਾਨੂੰ ਪਿਆਰ ਦਿੰਦਾ ਹੈ ਤੁਹਾਨੂੰ ਹਰ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਸਿਰਫ ਇੱਕੋ ਕੰਮ ਕਰਨਾ ਹੈ ਕਿ ਤੁਸੀਂ ਕਿਸੇ ਦੇ ਜਿਹੜੇ ਲੋਕਾਂ ਨਾਲ ਤੁਹਾਨੂੰ ਗੁੱਸਾ ਹੈਗਾ ਆਪਣੇ ਦਿਲ ਨੂੰ ਕਲੀਨ ਕਰ ਦਿਓ ਕਿਸੇ ਨੇ ਤੁਹਾਡੇ ਕੋਲ ਪੈਸੇ ਲਏ ਨਹੀਂ ਦਿੱਤੇ ਜਾਂ ਕਿਸੇ ਨੇ ਤੁਹਾਨੂੰ ਗਲਤ ਗੱਲਾਂ ਕਹੀਆਂ ਕੋਈ ਪੜੋਸੀ ਨਾਲ ਝਗੜਾ ਤੁਸੀਂ ਉਹਨਾਂ ਨੂੰ ਮਾਫ ਕਰ ਦਿਓ ਜਦੋਂ ਤੱਕ ਤੁਸੀਂ ਮਾਫ ਨਹੀਂ ਕਰੋਗੇ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਮਾਫ ਕਰ ਦਿਓ ਪਰ ਇਹ ਕੋਈ ਈਜ਼ੀ ਨਹੀਂ ਹੁੰਦਾ ਕਿ ਮਾਫ ਕਰਨਾ ਪਹਿਲੇ ਕਿਉਂਕਿ ਕਿਸੇ ਨੇ ਤੁਹਾਡੇ ਕੋਲ ਪੈਸੇ ਲਏ ਹੋਣ ਜਾਂ ਕੋਈ ਗਲਤ ਕੰਮ ਕੀਤਾ ਹੋਵੇ ਤੁਸੀਂ ਕਹੋ ਮੈਂ ਉਸ ਨੂੰ ਕਿਸ ਤਰ੍ਹਾਂ ਮਾਫ ਕਰਾਂ ਪਰ ਤੁਸੀਂ ਬੋਲੋ I bless you I love you and I forgive you ਉਹਨੂੰ ਤੁਸੀਂ ਮਾਫ ਕਰ ਦਿਓ ਤੁਸੀਂ ਆਪਣੇ ਵੱਲੋਂ ਮਾਫ ਕਰੋ ਦੇਖੋ ਕਿਸ ਤਰ੍ਹਾਂ ਤੁਹਾਡੀ ਸਾਰੀਆਂ ਚੀਜ਼ਾਂ ਖੁੱਲ ਜਾਣਗੀਆਂ ਹੈਵਨ ਦੇ ਵਿੱਚ ਤੁਹਾਨੂੰ ਬਲੈਸਿੰਗਸ ਆਣਗੀਆਂ ਕਿਉਂਕਿ ਪ੍ਰਭੂ ਜੀ ਜਾਣਦੇ ਆ ਕਿ ਇਹ ਤੁਹਾਡਾ ਕਸੂਰ ਨਹੀਂ ਸੀ ਤੁਸੀਂ ਕੁਝ ਗਲਤ ਨਹੀਂ ਕੀਤਾ ਲੇਕਿਨ ਉਸ ਬੰਦੇ ਨੇ ਤੁਹਾਨੂੰ ਜਾਂ ਉਸ ਲੇਡੀ ਨੇ ਤੁਹਾਨੂੰ ਕੁਝ ਕਿਹਾ ਤਾਂ ਇਹਦੇ ਵਿੱਚ ਨੈਕਸਟ ਵਰਸ ਇਹ ਬੋਲਦਾ ਕਿ ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰੋ ਤੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ ਕਰੋ ਤਾਂ ਜੋ ਤੁਹਾਡਾ ਪਿਤਾ ਜਿਹੜਾ ਸਵਰਗ ਵਿੱਚ ਹੈ ਤੁਹਾਡੀ ਪ੍ਰਾਰਥਨਾ ਨੂੰ ਮਾਫ ਕਰੇਗਾ ਸੋ ਹੁਣ ਤੁਸੀਂ ਆਪਣਾ ਦਿਲ ਵਿੱਚ ਸੋਚੋ ਔਰ ਤੁਸੀਂ ਕੀ ਅੱਜ ਮੰਗਣ ਆਏ ਹੋ ਤੁਸੀਂ ਕੀ ਚਾਹੁੰਦੇ ਹੋ ਜੋ ਵੀ ਤੁਸੀਂ ਚਾਹੁੰਦੇ ਹੋ ਪਹਿਲੇ ਤੁਸੀਂ ਆਪਣੇ ਦਿਲੋਂ ਜਿਹੜੇ ਬੰਦੇ ਤੁਹਾਡੇ ਅੱਖਾਂ ਤੇ ਅੱਗੇ ਆ ਰਹੇ ਨੇ ਗੁੱਸਾ ਜਿਨ੍ਹਾਂ ਦੇ ਉੱਤੇ ਤੁਹਾਡਾ ਉਹ ਮਾਫ ਕਰ ਦਿਓ ਸਭ ਅੱਖਾਂ ਰੱਖੀਏ ਔਰ ਜਿਨ੍ਹਾਂ ਨੂੰ ਵੀ ਕਿਸੇ ਨਾਲ ਕੋਈ ਪ੍ਰੋਬਲਮ ਹੈ ਕਿਸੇ ਨਾਲ ਕੋਈ ਨਾਰਾਜ਼ਗੀ ਹੈ ਕੋਈ ਪਰੇਸ਼ਾਨੀ ਹੈ ਜਾਂ ਕਿਸੇ ਨਾਲ ਕੋਈ ਗੁੱਸਾ ਹੈ ਅੱਜ ਆਪਣੇ ਅੱਖਾਂ ਨੂੰ ਬੰਦ ਕਰਕੇ ਉਸ ਬੰਦੇ ਦੇ ਚਿਹਰੇ ਨੂੰ ਅੱਗੇ ਲੈ ਕੇ ਆਈਏ ਉਹਨੂੰ ਮਾਫ ਕਰੀਏ ਔਰ ਤੁਸੀਂ ਅੱਜ ਮਾਫ ਕਰ ਦਿਓ ਫਿਰ ਦੇਖੋ ਫਿਰ ਤੁਸੀਂ ਬੋਲੋ ਲਾਰਡ ਮੈਂ ਤੁਹਾਡੀ ਗੱਲ ਮੰਨੀ ਹੈ ਇਹ ਪਵਿੱਤਰ ਬਾਈਬਲ ਦੇ ਵਿੱਚ ਪ੍ਰੋਮਿਸਸ ਲਿਖੀਆਂ ਹੋਈਆਂ ਤੁਹਾਨੂੰ ਘਰ ਚਾਹੀਦਾ ਨਵਾਂ ਤੁਸੀਂ ਇਹਦੇ ਵਿੱਚ ਲਿਖਿਆ ਤੁਹਾਨੂੰ ਰੋਗ ਹੋਣਾ ਤੁਹਾਡੀ ਸਾਰੀਆਂ ਬਿਮਾਰੀਆਂ ਚਲੀ ਜਾਏ ਤੁਹਾਡੀ ਪਰੇਸ਼ਾਨੀ ਚਲੀ ਜਾਏ ਤੁਹਾਡੇ ਪੜੋਸੀਆਂ ਨਾਲ ਕੋਈ ਪ੍ਰੋਬਲਮ ਚਲੀ ਜਾਏ ਤੁਸੀਂ ਵੀਜ਼ਾ ਵਾਸਤੇ ਐਪਲੀਕੇਸ਼ਨ ਦਿੱਤਾ ਹੈ ਤੇ ਤੁਹਾਨੂੰ ਅਮਰੀਕਾ ਦਾ ਜਾਂ ਇੰਡੀਆ ਕੈਨੇਡਾ ਕਿੱਥੋਂ ਦਾ ਵੀਜ਼ਾ ਚਾਹੀਦਾ ਹੈ ਹੁਣ ਤੇ ਸਾਰੇ ਰਸਤੇ ਖੁੱਲ ਜਾਣੇ ਆ ਕਿਉਂਕਿ ਤੁਹਾਨੂੰ ਕੋਈ ਵੀਜ਼ਾ ਦੀ ਲੋੜ ਨਹੀਂ ਤੁਸੀਂ ਬੋਲੋ ਕਿ ਮੇਰੀ ਇਹ ਉਮੀਦ ਪੂਰੀ ਹੋ ਜਾਵੇ ਮੈਂ ਤੁਸੀਂ ਪਹਿਲੇ ਮਾਫ ਕਰੋ ਫਿਰ ਤੁਸੀਂ ਇਹਨੂੰ ਕਰੋ ਸੋ ਹੁਣ ਤੁਸੀਂ ਆਪਣੇ ਦਿਲ ਦੇ ਵਿੱਚ ਕਰੋ ਕਿ ਮੈਂ ਪ੍ਰੇ ਕਰਦੀ ਹਾਂ ਕਿ ਤੁਹਾਡੀ ਗੱਲ ਪੂਰੀ ਹੋ ਜਾਵੇ ਤੁਹਾਡੀ ਮੁਰਾਦ ਪੂਰੀ ਹੋ ਜਾਵੇ ਫਾਦਰ ਇਨ ਹੈਵਨ I pray
I come boldly to the throne of grace with praise and thanksgiving in the name of your Son, Lord Jesus Christ of Nazareth. We praise you, we glorify you, Lord. Give them a spirit of wisdom and revelation in the knowledge of you. The eyes of their heart be enlightened so they may know the hope you call, the riches and the glorious inheritance you have given. Show them the unmerciful greatness of your power, according to the working of the mighty power which you work in Christ, when you raised him from the dead, far above principalities, power, might, and dominion, not only in this world, but the world it has to come. Praise God, Lord. Just bless them. Kirpa karo inna te, Lord. Bless these people, Lord. I praise you, I glorify you in Jesus' name. मैं इन्ना दे वास्ते बोलती हूँ मेरे प्रभु जी, मैं प्रार्थना करती हूँ इन्ना दे उते मेहर करो मेरे प्रभु. In the name of Jesus Christ, I pray. Amen. Amen. लेकिन हुने परमेश्वर जी ने मैनू कुछ चीज मेरे अंदर ड्रॉप किया है. ये मेरे लिस्ट विच नहीं सी मैं बोलना. मैं ਤੁਹਾਨੂੰ एक नवी चीज मैं ये कर दी ना. नवी चीज उन्होंने मैनू परमेश्वर ने कुछ मैनू दस्या कि मैं फरमान करना है. मैं स्वर्ग दा फरमान ਤੁਹਾਡੇ ਤੇ ਕਰਦੀ ਆ. स्वर्ग ਤੁਹਾਡੇ ਵਾਸਤੇ ਅੱਜ ਖੁੱਲ ਗਿਆ. ਤੁਸੀਂ ਲੋਕ ਬਹੁਤ ਹੀ ਬlesed ਹੋ ਅੱਜ ਇੱਥੇ ਕਲੀਸਿਆ ਚ ਆਏ ਹੋ. ਲਵ ਆਫ ਕ੍ਰਾਈਸਟ ਚਰਚ ਵਿੱਚ ਆਏ ਹੋ ਤੇ ਤੁਹਾਡਾ स्वर्ग ਦੀ ਭਰਪੂਰਤਾ. ਮੈਂ ਇੰਗਲਿਸ਼ ਵਿੱਚ ਮੈਨੂੰ ਆਂਦਾ ਹੈ ਲੇਕਿਨ ਮੈਂ ਹੁਣ ਕੋਸ਼ਿਸ਼ ਕਰਦੀ ਹਾਂ ਪੰਜਾਬੀ ਵਿੱਚ ਟ੍ਰਾਂਸਲੇਟ ਕਰਾਂ ਦਿਮਾਗ ਵਿੱਚ. स्वर्ग ਦੀ ਭਰਪੂਰਤਾ ਤੁਹਾਨੂੰ ਮਿਲੇਗੀ. स्वर्ग ਦੀਆਂ ਖੁਸ਼ਹਾਲੀਆਂ ਮਿਲਣਗੀਆਂ. स्वर्ग ਦੀ ਸਫਲਤਾ ਮਿਲੇਗੀ. स्वर्ग ਦਾ ਆਨੰਦ ਨੂੰ ਤੁਹਾਡੇ ਵਾਸਤੇ ਖੁੱਲ ਗਿਆ. स्वर्ग ਦਾ ਮਹਾਨ ਪ੍ਰਤੀਤ ਤੁਹਾਨੂੰ ਮਿਲੇਗਾ. ਤੁਹਾਡੇ ਵਾਸਤੇ ਸਾਰੇ ਰਸਤੇ ਖੁੱਲ ਗਏ. ਆਮੇਨ. Name of Jesus, in the name of Jesus. Praise God, praise God. Thank you, Lord. Thank you for giving them. Hallelujah. Thank you, Jesus. Thank you, Jesus. Thank you, Jesus. Thank you, Jesus. पवित्र आत्मा तोड़ा स्वागत. पवित्र आत्मा तोड़ा स्वागत. Thank you, Lord, for your grace and mercy, Father. Thank you, Jesus. Thank you, Jesus. Amen. 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 Okay, Jesus. Thank you so much. I love your church. I love it. I love it. ਤੁਸੀਂ ਪਾਸਟਰ ਜੀ ਨੂੰ ਬਹੁਤ ਜ਼ਿਆਦਾ ਉਹਨਾਂ ਤੋਂ ਸਿੱਖੋ. ਦੇਖੋ ਕਿੰਨਾ ਗਿਆਨ ਹੈ ਤੁਹਾਨੂੰ. ਇਹ ਗਿਆਨ ਵਾਸਤੇ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਪੈਂਦੇ. ਤੁਸੀਂ ਸਕੂਲ ਨਹੀਂ ਜਾਣਾ ਪੈਂਦਾ. ਤੁਸੀਂ ਇੱਥੇ ਆ ਕੇ ਇਹਨਾਂ ਦੇ ਚਰਨਾਂ 'ਚ ਬਹਿ ਜਾਓ. ਬੋਲੋ ਸਾਨੂੰ ਮੈਨੂੰ ਸਿਖਾਓ. ਮੈਂ ਇਹ ਕੀਤਾ. ਮੈਂ ਤੇ ਆਪਣੇ ਪਾਸਟਰ ਦਾ ਬਹੁਤ ਸਿਰ ਖਾਦਾ. मैं सीख लिया जल्दी जल्दी विच. 24 आवर्स 24 घंटे मैं यही सीखती सी. मेरी पूरी फैमिली मैनू गल नहीं कीती. मेरिया सारे रिश्तेदार मेरे नाल नाराज. मेरे सारे फ्रेंड्स नाराज. कहंदे असी गल नहीं करनी तुहाडे नाल. तुसी ये कोई केयर नहीं करो. तुसी बस यीशु मसीह दा हाथ फड़ के रखो टाइट. आमीन. लाइफ चेंज हो जाएगी. किन्नियां ने आज परमेश्वर के वचन द्वारा आशीष पाई. प्रेज गॉड. सब ने आशीष पाई तुहाडे वचन दे द्वारा, तुहाडे प्रचार द्वारा. प्रभु तुहानू भी ब्लैस करे. साडी पूरी चर्च वालों, पूरी कलीसिया वालों, पास्टर प्रीतम सिंह जी वालों, सीनियर पास्टर साडे ने पिछे खड़े ने मेरे, उन्हां वालों, मेरे मदर, पूरा चर्च. पास्टर प्रीतम जी ते आशा जी, थैंक यू सो मच. तुसी इन्ना बहुत अच्छा इन्ना सोहना चर्च बनाया. मैं राजदीप ਨੂੰ ਵੀ ਬਹੁਤ ਕ੍ਰੈਡਿਟ ਦੇਣੀ ਆ. ਬਹੁਤ ਜ਼ਿਆਦਾ ਬਲੇਸਿੰਗ ਦੇਣੀ ਆ ਕਿ ਬਿਕੋਜ਼ ਉਹਨਾਂ ਦੀ ਜਿਹੜੀ ਹਿੰਮਤ ਹੈ ਪਿੱਛੇ ਜਿਹੜਾ ਤੁਸੀਂ ਕਮਲਦੀਪ ਜੀ ਤੁਸੀਂ ਕੰਮ ਕਰ ਰਹੇ ਹੋ. ਸਾਰੀ ਹਿੰਮਤ ਪਿੱਛੇ ਉਹਨਾਂ ਦੀ ਹੈ. ਔਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਆਪਣੇ ਚਰਚ ਵੱਲੋਂ. ਤੁਸੀਂ ਸਾਡੇ ਵਿੱਚ ਆਏ. ਔਰ ਮੈਂ ਚਾਹਾਂ ਇੱਕ ਵਾਰ ਜ਼ੋਰਦਾਰ ਤਾਲੀਆਂ ਵਜਾ ਕੇ ਅਸੀਂ ਪ੍ਰਭੂ ਦਾ ਧੰਨਵਾਦ ਕਰਾਂਗੇ. ਔਰ ਸਿਸਟਰ सतिंदर जी का धन्यवाद करांगे जिन्होंने बहुत अच्छा प्रचार किया, अच्छा मैसेज डिलीवर किया. हेलो सिस्टर जी, जय मसीह जी. जय मसीह जी. प्रेज गॉड. आशा जी. हाँ जी, हाँ जी. कमलदीप छोटा जी दे अंदर कुट-कुट के ज्ञान भरिया होया वा. आई नो. मैं देखिया, मैं समझ गई. इन्हां नूं बहुत याद ਤੁਸੀਂ ਮਿਹਨਤ ਕੀਤੀ ਹੈ ਇਸ ਬੱਚੇ ਦੇ ਉੱਤੇ. बहुत देर करदी
ਕੇ ਆਸੂ ਬਹਾ ਬਹਾ ਕੇ ਇਹਦੇ ਲਈ ਪ੍ਰਾਰਥਨਾ ਕੀਤੀਆਂ ਏ ਅਤੇ ਪ੍ਰਭੂ ਨੂੰ ਦਿੱਤਾ ਆ, ਪ੍ਰਭੂ ਨੇ ਇਹਨੂੰ ਚੰਗਾ ਕੀਤਾ ਹੈ, ਪ੍ਰਭੂ ਨੂੰ ਮੈਂ ਦੇ ਦਿੱਤਾ। ਪ੍ਰਭੂ ਛੋਟਾ ਬਚਪਨ ਤੋਂ ਹੀ ਪ੍ਰਭੂ ਦੀ ਖਿਦਮਤ ਕਰ ਰਿਹਾ ਵਾ। ਇਹ ਸਿਰਫ ਇੰਡੀਆ ਵਿੱਚ ਨਹੀਂ, ਇਹ ਬਾਹਰ ਦੇ ਦੇਸ਼ਾਂ ਬਹੁਤ ਜਗ੍ਹਾ ਜਾਏਗਾ, ਬਹੁਤ ਪ੍ਰੀਚਿੰਗ ਕਰੇਗਾ। ਆਮੀਨ। ਇਹਨੇ ਬਹੁਤ ਕੰਮ ਕਰਨਾ ਹੈ, ਇਹਦਾ ਕੰਮ ਬਹੁਤ ਲੰਬਾ ਹੈ। थैंक यू सिस्टर, थैंक यू सो मच, थैंक यू सो मच। ਓਕੇ आशीष और ਅਸੀਂ ਹੁਣ ਅੱਗੇ ਹੋਲੀ ਕਮਿਊਨੀਅਨ ਦੀ ਸਰਵਿਸ ਵੀ ਕਰਨੀ ਹੈ ਔਰ ਤੁਹਾਡਾ ਥੈਂਕ ਯੂ, ਬਹੁਤ ਬਹੁਤ ਤੁਹਾਡਾ ਥੈਂਕ ਯੂ। ਅਸੀਂ ਬਹੁਤ ਆਸ਼ੀਸ਼ ਪਾਈ ਹੈ, ਬਹੁਤ ਨਵੀਆਂ ਗੱਲਾਂ ਨੂੰ ਸਿੱਖਿਆ ਔਰ ਇਵੇਂ ਹੀ ਹੈ, ਇੱਕ ਦੂਸਰੇ ਦੁਆਰਾ ਅਸੀਂ ਆਸ਼ੀਸ਼ ਪਾਉਂਦੇ ਹਾਂ। ਔਰ ਜਿਵੇਂ ਬਾਈਬਲ ਦੇ ਵਿੱਚ ਵੀ ਲਿਖਿਆ ਕਿ ਇੱਕ ਦੂਸਰੇ ਲਈ ਪ੍ਰਾਰਥਨਾ ਕਰਦੇ ਰਹੋ ਔਰ ਇੱਕ ਦੂਸਰੇ ਨਾਲ ਗਿਆਨ ਦੀਆਂ ਗੱਲਾਂ ਨੂੰ ਵੰਡੋ। ਔਰ ਅੱਛੀ ਗੱਲ ਹੈ ਕਿ ਤੁਸੀਂ ਅਸੀਂ ਇੱਕ ਦੂਸਰੇ ਨਾਲ ਆਪਣਾ ਗਿਆਨ ਨੂੰ ਵੰਡਦੇ ਹਾਂ, ਜੋ ਪਰਮੇਸ਼ਵਰ ਨੇ ਸਾਡੇ ਮਨ ਦੇ ਵਿੱਚ ਪਾਇਆ ਤੇ ਸਾਡੇ ਲਈ ਇੱਕ ਆਸ਼ੀਸ਼ ਦਾ ਕਾਰਨ ਹੁੰਦਾ ਹੈ। ਹਾਲੇਲੂਇਆ। ਔਰ ਪ੍ਰਭੂ ਤੁਹਾਨੂੰ ਵੀ ਬਲੈਸ ਕਰੇ, ਤੁਹਾਨੂੰ ਇਸਤੇਮਾਲ ਕਰੇ ਅਮਰੀਕਾ ਦੇ ਵਿੱਚ, ਔਰ ਪ੍ਰਭੂ ਜ਼ਰੂਰ ਤੁਹਾਡੇ ਚਿਹਰੇ ਤੋਂ ਚਮਕੇ ਔਰ ਤੁਸੀਂ ਲੋਕਾਂ ਦੇ ਲਈ ਵੱਡੀ ਆਸ਼ੀਸ਼ ਦਾ ਕਾਰਨ ਬਣੋ। ਆਮੀਨ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਓਕੇ ਬਾਏ। ਤਾਲੀਬ ਸਹੀ ਹੈ, ਜ਼ੋਰਦਾਰ। ਪਹਿਲਾਂ ਭਜਨ ਗਾਣਾ